चढ़दी कला चढ़दी कला ਤੁਹਾਡੀ ਹਮੇਸ਼ਾ ਹੀ ਹੋਵੇ ਚੜ੍ਹਦੀ ਕਲਾ। ਸੋ ਦੋਸਤੋ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੇ ਲਈ ਜੋ ਹਿਸਟਰੀ ਹੈ ਓਕੇ ਇਤਿਹਾਸ ਦੀ ਇਹ ਕਲਾਸ। ਸੋ ਜੀਕੇ ਦੇ ਵਿੱਚ ਤੁਸੀਂ ਦੇਖੋਗੇ ਕਿ ਆਪਾਂ ਇਹਦੇ ਵਿੱਚ ਜੋ ਜੀਕੇ ਦਾ ਪੋਰਸ਼ਨ ਕਵਰ ਕਰਨਾ ਹੈ। ਸਭ ਤੋਂ ਪਹਿਲਾਂ ਆਪਾਂ ਹਿਸਟਰੀ ਤੋਂ ਚੱਲੇ ਹਾਂ, ਠੀਕ ਹੈ। ਸਾਰੀ ਕਲਾਸ ਜਿਹੜੀ ਹੈਗੀ ਆ ਉਹ ਹਿਸਟਰੀ ਦੀਆਂ ਸਾਰੀ ਕਲਾਸਿਸ ਲਗਭਗ ਤੁਸੀਂ 20-25 ਕਲਾਸਿਸ ਜਿਹੜੀਆਂ ਹੈਗੀਆਂ ਉਹ ਹਿਸਟਰੀ ਦੀਆਂ ਲੱਗਣੀਆਂ ਵਾ, ਰਾਈਟ। ਔਰ ਉਹਦੇ ਵਿੱਚ ਵੀ ਜਿਹੜਾ ਆਪਾਂ ਸਭ ਤੋਂ ਪਹਿਲਾਂ ਚੱਕਿਆ ਹੈ ਉਹ ਚੱਕਿਆ ਹੈ ਆਧੁਨਿਕ ਇਤਿਹਾਸ, ਮਤਲਬ ਮਾਡਰਨ ਹਿਸਟਰੀ, ਕਿਉਂਕਿ ਪੇਪਰ ਦੇ ਵਿੱਚ ਮਾਡਰਨ ਹਿਸਟਰੀ ਦਾ ਜਿਹੜਾ ਵੇਟੇਜ ਜਿਹੜਾ ਹੈਗਾ ਜ਼ਿਆਦਾ ਰਹਿੰਦਾ ਵਾ। ਸੋ ਕਾਫੀ ਕੁਐਸਚਨ ਇਹਦੇ ਵਿੱਚ ਪੁੱਛੇ ਜਾਂਦੇ ਆ, ਠੀਕ ਹੈ। ਸੋ ਆਪਾਂ ਮਾਡਰਨ ਹਿਸਟਰੀ ਤੋਂ ਸ਼ੁਰੂ ਕਰ ਰਹੇ ਹਾਂ। ਸੋ ਲਗਭਗ ਜਿੱਦਾਂ 20-25 ਕਲਾਸਾਂ ਓਵਰਆਲ ਲੱਗਣੀਆਂ ਵਾ ਹਿਸਟਰੀ ਦੀਆਂ। ਸੋ ਪਹਿਲੀਆਂ 10 ਕਲਾਸਾਂ ਮੈਂ ਸਮਝਦਾ ਵਾ ਕਿ ਆਪਾਂ ਉਹਦੇ ਵਿੱਚ ਮਾਡਰਨ ਹਿਸਟਰੀ ਕਵਰ ਕਰ ਲਵਾਂਗੇ, ਰਾਈਟ। ਸੋ ਕਰਦੇ ਹਾਂ ਸ਼ੁਰੂ, ਬਟ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਇਹ ਗੱਲ ਜ਼ਰੂਰ ਆ ਜਾਂਦੀ ਹੈ ਕਿ ਜੋ ਆਪਾਂ ਕੋਰਸ ਹੈ ਇਹ ਜੋ ਹਿਸਟਰੀ ਦੀਆਂ ਕਲਾਸਿਸ ਨੇ ਇਹ ਕਿਹਨਾਂ ਬੱਚਿਆਂ ਦੇ ਲਈ ਬੈਨੀਫੀਸ਼ੀਅਲ ਆ, ਠੀਕ ਹੈ। ਸੋ ਇਹ ਮੈਂ ਕਹਾਂਗਾ ਕਿ ਪੰਜਾਬ ਦੇ ਜਿਹੜੇ ਵੀ ਪੇਪਰ ਹੁੰਦੇ ਆ ਓਕੇ ਸੀ ਜਾਂ ਡੀ ਗਰੁੱਪ ਦੇ ਓਕੇ ਉਹਨਾਂ ਦੇ ਲਈ ਇਹ ਕਲਾਸਿਸ ਜਿਹੜੀਆਂ ਹੈਗੀਆਂ ਬੜੀਆਂ ਬੈਨੀਫੀਸ਼ੀਅਲ ਹੋਣੀਆਂ ਚਾਹੀਦੀਆਂ। ਇਹ ਜੋ ਸੀ ਡੀ ਗਰੁੱਪ ਦੇ ਜਿਹੜੇ ਐਗਜ਼ਾਮ ਹੁੰਦੇ ਆ ਜਿਹਦੇ ਵਿੱਚ ਤੁਸੀਂ ਲਾ ਲਓ ਕਿ 20 ਤੋਂ 40% ਕੁਐਸਚਨ ਜਿਹੜੇ ਹੈਗੇ ਆ ਉਹ ਜੀਕੇ ਦੇ ਆਉਂਦੇ ਆ, ਜਨਰਲ ਨੌਲੇਜ ਦੇ ਆਉਂਦੇ ਆ, ਠੀਕ ਹੈ। ਸੋ ਉਹਦੇ ਵਿੱਚ ਜਿਹੜਾ ਹੈਗਾ ਵਾ ਇਹ ਸਟੂਡੈਂਟਸ ਦੇ ਲਈ ਉਹਨਾਂ ਦੇ ਲਈ ਇਹ ਬਹੁਤ ਬੈਨੀਫੀਸ਼ੀਅਲ ਹੈ। ਜੇ ਆਪਾਂ ਗੱਲ ਕਰੀਏ ਕਿ ਜਿਵੇਂ ਪੰਜਾਬ ਪੁਲਿਸ ਆ, ਠੀਕ ਹੈ, ਪੰਜਾਬ ਪੁਲਿਸ ਦੀ ਭਰਤੀ ਹੋ ਗਈ, ਠੀਕ ਹੈ। ਔਰ ਫਿਰ ਕੋਆਪਰੇਟਿਵ ਸੁਸਾਇਟੀ ਓਕੇ ਜੋ ਹੁਣ ਆਪਣੀ ਪੰਜਾਬ ਕੋਆਪਰੇਟਿਵ ਬੈਂਕ ਦੀ ਭਰਤੀ ਚੱਲ ਰਹੀ ਹੈ ਉਹਨਾਂ ਲਈ ਵੀ ਇਹ ਬਹੁਤ ਬੈਨੀਫੀਸ਼ੀਅਲ ਹੋਊਗੀਆਂ, ਪਟਵਾਰੀ ਦੇ ਐਗਜ਼ਾਮ ਦੇ ਲਈ, ਠੀਕ ਹੈ। ਸੋ ਸਮਝ ਗਏ ਜੋ ਸੀ ਜਾਂ ਡੀ ਗਰੁੱਪ ਦੀਆਂ ਭਰਤੀਆਂ ਵਾ ਜਿਹਦੇ ਵਿੱਚ ਜਿਹੜਾ ਹੈਗਾ ਵਾ 20 ਤੋਂ 40% ਜਿਹੜੇ ਹੈਗੇ ਆ ਉਹ ਕਵਰ ਕੀਤੇ ਜਾ ਸਕਦੇ ਆ, ਠੀਕ ਹੈ। ਔਰ ਪੰਜਾਬ ਪੁਲਿਸ ਦੇ ਵਿੱਚ ਵੀ ਤੁਸੀਂ ਦੇਖੋ ਕਿ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਹੈਗਾ ਸਬ ਇੰਸਪੈਕਟਰ, ਇੱਕ ਹੈਗਾ ਵਾ ਕਾਂਸਟੇਬਲ, ਠੀਕ ਹੈ। ਸੋ ਕਾਂਸਟੇਬਲ ਦਾ ਜਿਹੜਾ ਹੈਗਾ +2 ਦਾ ਵਾ, ਠੀਕ ਹੈ, ਕੁਆਲੀਫਿਕੇਸ਼ਨ। ਸੋ ਸਬ ਇੰਸਪੈਕਟਰ ਦੇ ਲਈ ਡਿਗਰੀ ਜਿਹੜੀ ਹੈਗੀ ਆ ਉਹ ਕੁਆਲੀਫਿਕੇਸ਼ਨ ਹੈਗੀ ਆ ਓਕੇ। ਬਟ ਤੁਸੀਂ ਇਹ ਵੀ ਸਮਝੋ ਕਿ ਜਿਹਨਾਂ ਨੇ ਕਾਂਸਟੇਬਲ ਦਾ ਪੇਪਰ ਦੇਣਾ ਵਾ ਓਕੇ ਤੁਸੀਂ ਜਿਹੜਾ ਹੈਗਾ ਵਾ ਕੰਪੀਟੀਸ਼ਨ ਤਾਂ ਤੁਹਾਡਾ ਡਿਗਰੀ ਵਾਲਿਆਂ ਨਾਲ ਆ, ਕਿਉਂਕਿ ਡਿਗਰੀ ਵਾਲਿਆਂ ਨੇ ਵੀ ਕਾਂਸਟੇਬਲ ਦੇ ਲਈ ਜਿਹੜੀ ਹੈਗੀ ਆ ਉਹ ਭਰਨੀ ਆ, ਠੀਕ ਹੈ। ਸੋ ਇਹ ਇਕੱਲਾ ਪੇਪਰ ਦੇ ਲੈਵਲ ਦੀ ਗੱਲ ਨਹੀਂ ਹੈ ਕਿ ਪੇਪਰ ਦਾ ਲੈਵਲ ਉੱਥੇ ਘੱਟ ਹੋਣਾ ਵਾ, ਠੀਕ ਹੈ। ਸੋ ਆਪਾਂ ਜਿਹੜਾ ਹੈਗਾ ਵਾ ਘੱਟ ਲੈਵਲ ਦੀ ਤਿਆਰੀ ਕਰੀਏ ਓਕੇ, ਗੱਲ ਕੰਪੀਟੀਸ਼ਨ ਦੀ ਹੁੰਦੀ ਆ, ਠੀਕ ਹੈ। ਜੇ ਤੁਹਾਡੇ ਜੋ ਕੰਪੀਟੀਸ਼ਨ ਨੂੰ ਜ਼ਿਆਦਾ ਆਉਂਦਾ ਵਾ, ਠੀਕ ਆ ਓਕੇ, ਤਾਂ ਤੁਹਾਨੂੰ ਵੀ ਉੱਥੇ ਉਸੇ ਲੈਵਲ ਉੱਤੇ ਪਹੁੰਚਣਾ ਪੈਣਾ ਵਾ। ਔਰ ਜੇ ਜਿੰਨਾ ਵੀ ਸਿਲੇਬਸ ਹੈ ਉਹ ਸਾਰਾ +2 ਦੇ ਲੈਵਲ ਦਾ ਹੀ ਹੈ। ਸੋ ਕੁਛ ਐਸਾ ਨਹੀਂ ਹੈ ਕਿ ਤੁਹਾਨੂੰ +2 ਦੇ ਲੈਵਲ ਤੋਂ ਬਿਯੋਂਡ ਜਾਣਾ ਪੈਂਦਾ ਵਾ। ਜੋ ਵੀ ਇਸ ਸੀ ਜਾਂ ਡੀ ਗਰੁੱਪ ਦੀ ਭਰਤੀ ਆਉਂਦੀ ਹੈ ਇਹਦੇ ਮੈਥ ਜਿਹੜਾ ਹੈਗਾ ਉਹ 10ਵੀਂ ਤੋਂ ਥੱਲੇ ਦਾ ਓਕੇ। ਬਾਕੀ ਸਬਜੈਕਟ ਜਿਹੜੇ ਹੈਗੇ ਜੀਕੇ ਦੇ ਆ ਉਹ +2 ਤੱਕ ਦੇ ਹੀ ਹੁੰਦੇ ਆ, ਉਸ ਤੋਂ ਜ਼ਿਆਦਾ ਨਹੀਂ ਹੁੰਦਾ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਤੁਸੀਂ ਵੀ ਜਿਹੜੀ ਹੈਗੀ ਆ ਇਹ ਬਿਲਕੁਲ ਵੀਡੀਓ ਤੁਹਾਡੇ ਲਈ ਬਹੁਤ ਬੈਨੀਫੀਸ਼ੀਅਲ ਹੈ, ਔਰ ਖਾਸ ਕਰਕੇ ਕਿਉਂਕਿ ਪੰਜਾਬੀ ਵਿੱਚ ਬਣੀਆਂ ਹੋਈਆਂ ਨੇ, ਠੀਕ ਹੈ। ਇਹਦੇ ਵਿੱਚ ਸਾਰਾ ਟੈਕਸਟ ਵੀ ਤੁਸੀਂ ਦੇਖੋਗੇ ਅੱਗੇ ਸਾਰਾ ਆਪਣਾ ਪੰਜਾਬੀ ਦੇ ਵਿੱਚ ਹੈਗਾ ਵਾ। ਸੋ ਇਹ ਖਾਸ ਕਰਕੇ ਜਿਹੜਾ ਹੈਗਾ ਵਾ ਤੁਹਾਨੂੰ ਧਿਆਨ ਦੇ ਵਿੱਚ ਰੱਖ ਕੇ ਆਪਾਂ ਇਹ ਪੰਜਾਬੀ ਦੇ ਵਿੱਚ ਲੈ ਕੇ ਆਏ ਹਾਂ, ਕਿਉਂਕਿ ਪੰਜਾਬੀ ਦੇ ਵਿੱਚ ਮੈਂ ਜਾਣਦਾ ਵਾਂ ਕਿ ਕੋਈ ਵੀ ਕੰਟੈਂਟ ਜਿਹੜਾ ਹੈਗਾ ਜੀਕੇ ਦਾ ਉਹ ਅਵੇਲੇਬਲ ਨਹੀਂ ਹੈਗਾ, ਠੀਕ ਹੈ। ਸੋ ਇਸੇ ਕਰਕੇ ਜਿਹੜਾ ਹੈਗਾ ਵਾ ਆਪਾਂ ਇਹ ਪੰਜਾਬੀ ਦੇ ਵਿੱਚ ਤੁਹਾਡੇ ਲਈ ਲੈ ਕੇ ਆਏ ਹਾਂ, ਰਾਈਟ। ਔਰ ਬਾਕੀ ਗੱਲ ਇਹ ਆ ਕਿ ਤੁਸੀਂ ਇਸ ਕਲਾਸਿਸ ਨੂੰ ਚੰਗੀ ਤਰ੍ਹਾਂ ਅਟੈਂਡ ਕਰੋ, ਰੈਗੂਲਰ ਅਟੈਂਡ ਕਰੋ। ਸਾਡੀਆਂ ਪੀਵੀਐਸ ਕਲਾਸਿਸ ਦੀ ਐਪ ਡਾਊਨਲੋਡ ਕਰੋ, ਰਾਈਟ। ਉੱਥੇ ਰੈਗੂਲਰ ਕਲਾਸਿਸ ਲੱਗਿਆ ਕਰਨਗੀਆਂ ਅੱਗੇ ਤੋਂ ਵੀ, ਠੀਕ ਹੈ। ਸੋ ਉਹਦੇ ਨਾਲ ਕੀ ਹੈ ਕਿ ਮੈਂ ਇਹ ਗਾਰੰਟੀ ਦਿੰਦਾ ਵਾ ਤੁਹਾਨੂੰ ਕਿ ਜੇ ਤੁਸੀਂ ਇਹ ਸਿਲੇਬਸ ਚੰਗੀ ਤਰ੍ਹਾਂ ਕਰਕੇ ਆ ਗਏ, ਠੀਕ ਹੈ, ਤੁਸੀਂ ਚੰਗੀ ਤਰ੍ਹਾਂ ਇਹਨੂੰ ਰਿਵਾਈਜ਼ ਕੀਤਾ, ਚੰਗੀ ਤਰ੍ਹਾਂ ਚੀਜ਼ਾਂ ਨੂੰ ਸਮਝਿਆ, ਤਾਂ ਇਹਦੇ ਤੋਂ ਬਾਹਰ ਕੁਝ ਨਹੀਂ ਜਾਂਦਾ, ਠੀਕ ਹੈ। ਸੋ ਉਹਦੀ ਚਿੰਤਾ ਤੁਸੀਂ ਮੇਰੇ ਉੱਤੇ ਛੱਡ ਦਿਓ, ਠੀਕ। ਤੁਸੀਂ ਬਸ ਚੰਗੀ ਤਰ੍ਹਾਂ ਆਪਣੀ ਜਿਹੜੀ ਹੈਗੀ ਆ ਉਹ ਤਿਆਰੀ ਸ਼ੁਰੂ ਕਰੋ, ਆਪਣਾ ਪੜ੍ਹੋ, ਰਾਈਟ। ਹੁਣ ਤੁਹਾਡੇ ਲਈ ਹਰੇਕ ਚੀਜ਼ ਜਿਹੜੀ ਹੈਗੀ ਆਪਾਂ ਉਹ ਲੈ ਕੇ ਆਉਣੀ ਆ। ਸੋ ਕਰਦੇ ਹਾਂ ਸਟਾਰਟ। ਸੋ ਇਤਿਹਾਸ ਜਿਹੜਾ ਤੁਹਾਨੂੰ ਦੱਸਿਆ ਕਿ ਆਪਾਂ ਆਧੁਨਿਕ ਇਤਿਹਾਸ ਜਿਹੜਾ ਹੈਗਾ ਸ਼ੁਰੂ ਕਰਨਾ ਵਾ ਓਕੇ। ਸੋ ਇਤਿਹਾਸ ਨੂੰ ਦੇਖੋ 3 ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਵਾ, ਪ੍ਰਾਚੀਨ, ਮੱਧਕਾਲੀਨ ਤੇ ਆਧੁਨਿਕ ਕਾਲ, ਠੀਕ ਹੈ। ਸੋ ਭਾਰਤ ਦੇ ਇਤਿਹਾਸ ਨੂੰ ਵੀ 3 ਕਾਲਾਂ 'ਚ ਵੰਡਿਆ ਗਿਆ ਵਾ। ਇੰਗਲਿਸ਼ ਇਹਨੂੰ ਕਹਿ ਦਿੰਦੇ ਆ ਐਂਸ਼ੀਐਂਟ ਓਕੇ, ਮੈਡੀਵਲ ਓਕੇ ਐਂਡ ਮਾਡਰਨ ਓਕੇ, ਠੀਕ ਹੈ। ਔਰ ਆਪਾਂ ਅੱਜ ਜਿਸ ਚੀਜ਼ ਦੇ ਉੱਤੇ ਗੱਲ ਕਰਨੀ ਹੈ, ਜਿਹੜਾ ਸਬਜੈਕਟ ਆਪਾਂ ਸ਼ੁਰੂ ਕੀਤਾ ਵਾ ਉਹ ਹੈ ਆਧੁਨਿਕ ਕਾਲ, ਠੀਕ ਹੈ, ਮਾਡਰਨ ਹਿਸਟਰੀ, ਠੀਕ ਹੈ। ਮਾਡਰਨ ਹਿਸਟਰੀ ਕਦੋਂ ਸ਼ੁਰੂ ਹੁੰਦੀ ਹੈ? ਮਾਡਰਨ ਹਿਸਟਰੀ ਅਗਰ ਤੁਸੀਂ ਦੇਖੋ ਕਿ ਜੋ ਮੁਗਲ ਬਾਦਸ਼ਾਹ ਔਰੰਗਜ਼ੇਬ ਆ, ਠੀਕ ਹੈ, ਉਸ ਤੋਂ ਬਾਅਦ ਦੀ ਮੌਤ ਤੋਂ ਬਾਅਦ ਦਾ ਪੀਰੀਅਡ ਆ, ਠੀਕ ਹੈ। ਸੋ ਲਗਭਗ ਦੇਖੋ ਕਿ 1708 ਦੇ ਵਿੱਚ ਔਰੰਗਜ਼ੇਬ ਦੀ ਮੌਤ ਹੋਈ ਸੀ। ਉਸ ਤੋਂ ਬਾਅਦ ਦਾ ਜਿਹੜਾ ਪੀਰੀਅਡ ਹੈ ਉਹ ਮੇਨਲੀ ਆਪਾਂ
ਮਾਡਰਨ ਹਿਸਟਰੀ ਵਿੱਚ ਪੜਾਂਗੇ। ਸ਼ੁਰੂ ਦੇ ਵਿੱਚ ਆਪਾਂ ਥੋੜੀ ਪਿੱਛੇ ਦੀ ਵੀ ਗੱਲ ਕਰਾਂਗੇ, ਕਿਉਂਕਿ ਕੋਈ ਵੀ ਚੀਜ਼ ਸਟਾਰਟ ਕਰਨ ਲਈ ਥੋੜਾ ਪਿੱਛੇ ਦਾ ਆਪਾਂ ਨੂੰ ਓਵਰਵਿਊ ਲੈਣਾ ਪੈਂਦਾ ਵਾ, ਰਾਈਟ। ਠੀਕ ਹੈ, ਸੋ ਇਸ ਤੋਂ ਬਾਅਦ ਵਾਲੇ ਪੀਰੀਅਡ ਨੂੰ ਜਿਹੜਾ ਹੈਗਾ ਅੱਜ ਤੱਕ ਜਿਹੜਾ ਪੀਰੀਅਡ ਆ ਉਹ ਮਾਡਰਨ, ਠੀਕ ਹੈ, ਹਿਸਟਰੀ ਦੇ ਵਿੱਚ ਆ ਜਾਂਦਾ ਵਾ, ਰਾਈਟ। ਸੋ ਹੋਇਆ ਕੀ ਹੈ, ਤੁਸੀਂ ਜਾਣਦੇ ਆ ਕਿ ਔਰੰਗਜ਼ੇਬ ਦੀਆਂ ਕੁਝ ਨੀਤੀਆਂ ਇਹੋ ਜਿਹੀਆਂ ਸੀਗੀਆਂ, ਕੱਟੜਪੁਣਾ ਸੀਗਾ, ਠੀਕ ਹੈ, ਔਰ ਉਹਨੇ ਬਹੁਤ ਸਾਰੇ ਜਿਹੜੇ ਹੈਗੇ ਆ ਲੜਾਈਆਂ ਕੀਤੀਆਂ ਅਲੱਗ-ਅਲੱਗ ਰਾਜਾਂ ਦੇ ਨਾਲ। ਸੋ ਉਹਦੇ ਨਾਲ ਕੀ ਆ ਕਿ ਸਾਰਾ ਜਿਹੜਾ ਸਾਮਰਾਜ ਦਾ ਤਾਣਾ ਬਾਣਾ ਸੀਗਾ, ਜੋ ਇੱਕ ਪੀਸ ਸੀਗੀ, ਠੀਕ ਹੈ, ਜੋ ਇੱਕ ਵਿਸ਼ਵਾਸ ਦੇ ਉੱਤੇ ਜਿਹਦੇ ਸਾਮਰਾਜ ਖੜਾ ਜਿਹੜਾ ਅਕਬਰ ਨੇ ਖੜਾ ਕੀਤਾ ਸੀਗਾ, ਉਹ ਸਾਰਾ ਜਿਹੜਾ ਤਾਣਾ ਬਾਣਾ ਤਹਿਸ ਨਹਿਸ ਹੋ ਗਿਆ। ਸੋ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਜਦੋਂ ਤੱਕ ਔਰੰਗਜ਼ੇਬ ਸੀਗਾ ਉਹਦੇ ਖੌਫ ਨਾਲ ਕਿਤੇ ਨਾ ਕਿਤੇ ਫੇਰ ਵੀ ਜਿਹੜਾ ਹੈਗਾ ਵਾ ਉਹ ਸਾਮਰਾਜ ਚੱਲਦਾ ਰਿਹਾ, ਪਰ ਜਦੋਂ ਹੀ ਔਰੰਗਜ਼ੇਬ ਦੀ ਮੌਤ ਹੋਈ ਤਾਂ ਜਿਹੜੇ ਹੈਗੇ ਆ ਸਾਰਾ ਸਾਮਰਾਜ ਜਿਹੜਾ ਹੈਗਾ ਬਹੁਤ ਵੀਕ ਹੋ ਗਿਆ, ਔਰ ਅਲੱਗ-ਅਲੱਗ ਲੋਕੀ ਜਿਹੜੇ ਹੈਗੇ ਆ, ਠੀਕ ਹੈ, ਸੋ ਅਲੱਗ-ਅਲੱਗ ਰਾਜ ਜਿਹੜੇ ਆ ਉਹਦੇ ਵਿੱਚੋਂ ਨਿਕਲ ਆਏ, ਛੋਟੀਆਂ-ਛੋਟੀਆਂ ਰਿਆਸਤਾਂ ਬਣ ਗਈਆਂ। ਮੁਗਲ ਜਿਹੜਾ ਸਾਮਰਾਜ ਸੀਗਾ, ਓਕੇ, ਉਹਦੇ ਵਿੱਚ ਤੁਸੀਂ ਦੇਖੋਗੇ ਕਿ ਹੈਦਰਾਬਾਦ ਦੀ ਜਿਹੜੀ ਹੈਗੀ ਅਲੱਗ ਰਿਆਸਤ ਬਣ ਗਈ, ਬੰਗਾਲ ਦੇ ਵਿੱਚ ਆਪਣੀ ਇੱਕ ਅਲੱਗ ਰਿਆਸਤ ਬਣ ਗਈ, ਔਰ ਅਵਧ ਦੇ ਵਿੱਚ ਔਰ ਮੈਸੂਰ ਦੇ ਵਿੱਚ ਜਿਹੜਾ ਹੈਗਾ ਵਾ ਇਹ ਅਲੱਗ-ਅਲੱਗ ਇਸ ਤਰੀਕੇ ਨਾਲ ਹਿੰਦੁਸਤਾਨ ਦੇ ਵਿੱਚ ਰਿਆਸਤਾਂ ਬਣ ਗਈਆਂ, ਠੀਕ ਹੈ। ਹੈਦਰਾਬਾਦ ਦੀ ਰਿਆਸਤ ਜਿਹੜੀ ਆ ਉਹ ਕਿੰਨੇ ਬਣਾਈ ਆ, ਠੀਕ ਹੈ, ਹੈਦਰਾਬਾਦ ਦੇ ਵਿੱਚ ਜਿਹੜਾ ਨਿਜ਼ਾਮ ਉਲ ਮੁਲਕ, ਠੀਕ ਹੈ, ਨਿਜ਼ਾਮ ਉਲ ਮੁਲਕ ਜਿਹੜਾ ਇੱਕ ਦਿੱਲੀ ਦੇ ਵਿੱਚ ਕਹਿ ਲਓ ਕਿ ਬਹੁਤ ਵੱਡਾ ਸਿਆਸਤਦਾਨ ਸੀਗਾ ਮੁਗਲਾਂ ਦਾ, ਰਾਈਟ, ਠੀਕ ਹੈ। ਸੋ ਇੱਕ ਚੰਗਾ ਸੂਝ-ਬੂਝ ਇੱਕ ਵਾਲਾ ਜਰਨੈਲ ਸੀਗਾ ਨਿਜ਼ਾਮ ਉਲ ਮੁਲਕ, ਔਰ ਜਦੋਂ ਉਹਨੇ ਦੇਖਿਆ ਕਿ ਦਿੱਲੀ ਦੇ ਵਿੱਚ ਕੋਈ ਹੁਣ ਚੱਜ ਦਾ ਸ਼ਾਸਕ ਨਹੀਂ ਹੈਗਾ ਤਾਂ ਉਹਨੇ ਜਿਹੜਾ ਹੈਗਾ ਵਾ ਦਿੱਲੀ ਨਾਲੋਂ ਅਲੱਗ ਹੋ ਕੇ ਆਪਣਾ ਜਿਹੜਾ ਹੈਗਾ ਵਾ ਹੈਦਰਾਬਾਦ ਦੇ ਵਿੱਚ ਆਪਣਾ ਸ਼ਾਸਨ ਅਲੱਗ ਤੋਂ ਸ਼ੁਰੂ ਕਰ ਲਿਆ, ਓਕੇ, 1724 ਈਸਵੀ ਦੇ ਵਿੱਚ, ਠੀਕ ਹੈ। ਇਹ ਇੰਪੋਰਟੈਂਟ ਫੈਕਟ ਆ, ਰਾਈਟ। ਬਾਕੀ ਗੱਲ ਇਹ ਹੈ ਕਿ ਜੋ ਵੀ ਆਪਾਂ ਗੱਲਾਂ ਕਰ ਰਹੇ ਹਾਂ, ਠੀਕ ਹੈ, ਓਕੇ, ਸੋ ਇਹ ਤੁਸੀਂ ਸਾਰੇ ਜਿਹੜੇ ਆਪਣੇ ਨੋਟਸ ਬਣਾਉਣੇ ਆ, ਠੀਕ ਹੈ, ਪੈਨ ਕਾਪੀ ਆਪਣੇ ਨਾਲ ਰੱਖਣੀ ਆ। ਜਿਹੜੇ ਮੈਂ ਤੁਹਾਨੂੰ ਫੈਕਟ ਦੱਸਦਾ ਵਾਂ ਇੰਪੋਰਟੈਂਟ ਫੈਕਟਸ ਆ, ਇਹ ਜਿਹੜੇ ਐਗਜ਼ਾਮ ਦੇ ਵਿੱਚ ਸਿੱਧੇ ਪੁੱਛੇ ਜਾਣੇ ਆ, ਠੀਕ ਹੈ, ਇਹਨਾਂ ਨੂੰ ਤੁਸੀਂ ਨੋਟ ਕਰਦੇ ਜਾਓ, ਠੀਕ ਹੈ, ਔਰ ਇਹਦੇ ਨਾਲ ਤੁਹਾਡੇ ਅੱਛੇ ਨੋਟਸ ਬਣ ਗਏ ਔਰ ਤੁਹਾਡੀ ਰਿਵੀਜ਼ਨ ਬੜੀ ਸਟਾਰਟ ਹੋ ਜਾਏਗੀ। ਬਾਕੀ ਜਿੱਥੇ ਤੱਕ ਗੱਲ ਰਹੀ ਇਹ ਜੋ ਪੀਪੀਟੀ ਹੈ, ਠੀਕ ਹੈ, ਜੋ ਇਹ ਇੱਕ ਲੈਕਚਰ ਦੇ ਨੋਟਸ ਆ ਇਹ ਤੁਹਾਨੂੰ ਟੈਲੀਗ੍ਰਾਮ ਚੈਨਲ ਉੱਤੇ ਮਿਲਣਗੇ, ਓਕੇ, ਜੋ ਪੀਵੀਐਸ ਕਲਾਸਿਸ ਦਾ, ਠੀਕ ਹੈ, ਇਸ ਯੂਜ਼ਰ ਨੇਮ ਦੇ ਉੱਤੇ ਪੀਵੀਐਸ ਕਲਾਸਿਸ ਦਾ ਜੋ ਯੂਜ਼ਰ ਨੇਮ ਹੈ, ਓਕੇ, ਇੱਥੇ ਜੋ ਟੈਲੀਗ੍ਰਾਮ ਚੈਨਲ ਹੈ ਇੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਆ ਇਹ ਪੀਪੀਟੀ, ਰਾਈਟ, ਠੀਕ ਹੈ। ਸੋ ਹੈਦਰਾਬਾਦ ਦੇ ਵਿੱਚ ਕਿਹਨੇ ਬਣਾਇਆ, ਨਿਜ਼ਾਮ ਉਲ ਮੁਲਕ ਨੇ, ਕਿਹੜੇ ਸਾਲ 1724 ਦੇ ਵਿੱਚ, ਓਕੇ। ਉਸ ਤੋਂ ਬਾਅਦ ਤੁਸੀਂ ਦੇਖੋ ਕਿ ਮੁਰਸ਼ਿਦ ਕੁਲੀ ਖਾਨ ਨੇ, ਠੀਕ ਹੈ, ਮੁਰਸ਼ਿਦ ਕੁਲੀ ਖਾਨ ਦੇ ਨਾਮ ਤੋਂ ਤੁਸੀਂ ਯਾਦ ਰੱਖ ਸਕਦੇ ਆ ਮੁਰਸ਼ਿਦਾਬਾਦ, ਠੀਕ ਹੈ, ਬੰਗਾਲ ਦੇ ਵਿੱਚ ਮੁਰਸ਼ਿਦਾਬਾਦ ਹੈ ਨਾ, ਸੋ ਉੱਥੋਂ ਯਾਦ ਰੱਖਣਾ ਕਿ ਮੁਰਸ਼ਿਦ ਕੁਲੀ ਖਾਨ ਨੇ ਜਿਹੜਾ ਹੈਗਾ ਵਾ ਉਹ ਬੰਗਾਲ ਨੂੰ ਇੱਕ ਅਲੱਗ ਸੁਤੰਤਰ ਰਾਜ ਬਣਾਇਆ, ਓਕੇ, ਰਾਈਟ। ਸੋ ਉਸ ਤੋਂ ਬਾਅਦ ਜੋ ਅਵਧ ਹੈ, ਅਵਧ ਦੇ ਵਿੱਚ ਸਾਦਤ ਖਾਂ, ਠੀਕ ਹੈ, ਸਾਦਤ ਖਾਂ ਨੇ 1739 ਈਸਵੀ ਦੇ ਵਿੱਚ ਸਾਦਤ ਖਾਂ ਨੇ ਅਵਧ ਨੂੰ ਜਿਹੜਾ ਇੱਕ ਸੁਤੰਤਰ ਰਿਆਸਤ ਬਣਾ ਦਿੱਤਾ, ਠੀਕ ਹੈ। ਇਸੇ ਤਰ੍ਹਾਂ ਜਿਹੜਾ ਹੈਗਾ ਮੈਸੂਰ, ਹੈਦਰ ਅਲੀ ਨੇ ਜਿਹੜਾ ਹੈਗਾ ਵਾ ਮੈਸੂਰ ਦੇ ਵਿੱਚ ਜਿਹੜਾ ਆਪਣਾ ਅਲੱਗ ਸ਼ਾਸਨ ਜਿਹੜਾ ਉਹ ਸਥਾਪਿਤ ਕੀਤਾ, ਔਰ ਹੈਦਰ ਅਲੀ ਦਾ ਪੁੱਤਰ ਸੀਗਾ ਟੀਪੂ ਸੁਲਤਾਨ, ਠੀਕ ਹੈ, ਇਹਦੇ ਬਾਰੇ ਵੀ ਆਪਾਂ ਅੱਗੇ ਆ ਕੇ ਪੜਾਂਗੇ। ਇਸ ਤੋਂ ਇਲਾਵਾ ਮਰਾਠਿਆਂ ਨੇ ਜਿਹੜਾ ਹੈਗਾ ਵਾ ਤੁਸੀਂ ਜਾਣਦੇ ਆ, ਠੀਕ ਹੈ, ਮਰਾਠਿਆਂ ਨੇ ਜੋ ਸ਼ਿਵਾਜੀ ਪਹਿਲਾਂ ਸੀਗੇ, ਠੀਕ ਹੈ, ਉਸ ਤੋਂ ਬਾਅਦ ਹੋਰ ਪੇਸ਼ਵਾ ਹੋਏ, ਠੀਕ ਹੈ, ਸੋ ਉਹਨਾਂ ਨੇ ਵੀ ਜਿਹੜਾ ਹੈਗਾ ਵਾ ਆਪਣਾ ਅਲੱਗ ਤੋਂ ਇੱਕ ਰਾਜ ਖੜਾ ਕਰ ਲਿਆ ਮਰਾਠਿਆਂ ਨੇ, ਓਕੇ। ਸੋ ਔਰ ਦੇਖੋ ਕਿ ਇੰਨੀਆਂ ਅਲੱਗ-ਅਲੱਗ ਰਿਆਸਤਾਂ ਬਣ ਗਈਆਂ। ਪਹਿਲਾਂ ਇੰਡੀਆ ਦੇ ਵਿੱਚ ਇੱਕ ਸੀਗਾ ਮੁਗਲ ਸਾਮਰਾਜ, ਠੀਕ ਹੈ, ਹੁਣ ਕੀ ਹੈ ਕਿ ਅਲੱਗ-ਅਲੱਗ ਛੋਟੀਆਂ-ਛੋਟੀਆਂ ਰਿਆਸਤਾਂ ਬਣ ਗਈਆਂ ਔਰ ਇਹ ਆਪਸ ਦੇ ਵਿੱਚ ਲੜਨ ਲੱਗੀਆਂ, ਓਕੇ, ਕਿਉਂਕਿ ਹਰ ਕੋਈ ਆਪਣੇ ਆਪ ਨੂੰ ਸੁਤੰਤਰ ਸਮਝਦਾ ਵਾ, ਹਰ ਕੋਈ ਚਾਹੁੰਦਾ ਕਿ ਮੈਂ ਜਿਹੜਾ ਹੈਗਾ ਮੈਂ ਆਪਣਾ ਰਾਜ ਹੋਰ ਫੈਲਾਵਾਂ, ਹੋਰ ਵੱਡਾ ਕਰਾਂ, ਠੀਕ ਹੈ। ਸੋ ਉਹਦੇ ਨਾਲ ਕੀ ਹੈ ਕਿ ਅਲੱਗ-ਅਲੱਗ ਜਿਹੜੀਆਂ ਹੈਗੀਆਂ ਵਾ ਰਿਆਸਤਾਂ ਇਹ ਆਪਸ ਦੇ ਵਿੱਚ ਲੜੀਆਂ, ਠੀਕ ਹੈ। ਇਹਦਾ ਫਾਇਦਾ ਕਿਹਨੂੰ ਹੋਇਆ, ਇਹਦਾ ਫਾਇਦਾ ਹੋਇਆ ਵਿਦੇਸ਼ੀਆਂ ਨੂੰ, ਠੀਕ ਹੈ, ਜਿਹੜੀਆਂ ਵਿਦੇਸ਼ੀ ਤਾਕਤਾਂ ਆਈਆਂ ਸੀਗੀਆਂ, ਓਕੇ, ਜਿਹੜੇ ਕਿ ਅੰਗਰੇਜ਼, ਡੱਚ, ਪੁਰਤਗਾਲੀ, ਫਰਾਂਸੀਸੀ, ਜਿਹੜੇ ਵਿਦੇਸ਼ ਤੋਂ ਮਤਲਬ ਯੂਰੋਪੀਅਨ ਜੋ ਤਾਕਤਾਂ ਸੀਗੀਆਂ ਜਿਹੜੇ ਇੱਥੇ ਵਪਾਰ ਕਰਨ ਆਏ ਸੀਗੇ, ਉਹਨਾਂ ਨੇ ਇਸ ਚੀਜ਼ਾਂ ਦਾ ਫਾਇਦਾ ਉਠਾਇਆ ਅਤੇ ਆਪਣਾ ਜਿਹੜਾ ਹੈਗਾ ਵਾ ਇੱਥੇ ਭਾਰਤ ਦੇ ਵਿੱਚ ਆਪਣਾ ਰਾਜ ਜਿਹੜਾ ਹੈਗਾ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ, ਠੀਕ ਹੈ। ਸੋ ਇਹਦੇ ਵਿੱਚ ਤੁਸੀਂ ਦੇਖੋ ਕਿ ਆਪਾਂ ਗੱਲ ਕੀਤੀ ਹੈ ਪੁਰਤਗਾਲੀ, ਡੱਚ, ਫਰਾਂਸੀਸੀ ਤੇ ਅੰਗਰੇਜ਼ ਸੀਗੇ, ਠੀਕ ਹੈ, ਔਰ ਇਹਨਾਂ ਵਿੱਚੋਂ ਤੁਸੀਂ ਦੇਖੋ ਕਿ ਅੰਗਰੇਜ਼ ਔਰ ਫਰਾਂਸੀਸੀ ਖਾਸ ਤੌਰ ਤੇ ਅੰਗਰੇਜ਼ ਅਤੇ ਫਰਾਂਸੀਸੀ ਜਿਹੜੇ ਸੀਗੇ ਇਹਨਾਂ ਦੀ ਆਪਸ ਦੇ ਵਿੱਚ ਬਹੁਤ ਸਟਰਗਲ ਹੋਈ, ਕਿਉਂਕਿ ਦੋਨੋਂ ਜਿਹੜਾ ਹੈਗਾ ਹਿੰਦੁਸਤਾਨ ਤੇ ਆਪਣਾ ਰਾਜ ਜਿਹੜਾ ਹੈਗਾ ਉਹ ਸਥਾਪਿਤ ਕਰਨਾ ਚਾਹੁੰਦੇ ਸੀਗੇ, ਠੀਕ ਹੈ। ਪੁਰਤਗਾਲੀ ਔਰ ਡੱਚ ਇਹਨਾਂ ਨੇ ਪਹਿਲਾਂ ਹੀ ਹਰਾ ਕੇ ਭਜਾ ਦਿੱਤਾ ਸੀਗਾ। ਇਹਨਾਂ ਪੁਰਤਗਾਲੀ ਤੇ ਡੱਚ ਦੀ ਜਿਹੜੀ ਹੈਗੀ ਉਹ ਜ਼ਿਆਦਾ ਕਹਿ ਲਓ ਕਿ ਇੰਡੀਆ ਦੇ ਵਿੱਚ ਨਹੀਂ ਰਹੀ ਜਾਣ ਪਛਾਣ, ਤੇ ਉਸ ਤੋਂ ਔਰ ਅੰਗਰੇਜ਼ ਔਰ ਫਰਾਂਸੀਸੀ ਫਿਰ ਆਪਸ ਦੇ ਵਿੱਚ ਇਹਨਾਂ ਦੀਆਂ ਲੜਾਈਆਂ ਹੋਈਆਂ, ਯੁੱਧ ਹੋਏ,
ठीक है 1744 ਤੋਂ ਲੈ ਕੇ 1763 ਦੇ ਵਿੱਚ ਇਹਨਾਂ ਦੇ 3 ਲੜਾਈਆਂ ਹੋਈਆਂ ओके 3 युद्ध होए जिन्हां नूं कर्नाटक दे युद्ध कहा जाता वा ठीक है कर्नाटक दे युद्ध कहा जाता वा ये नोट कर लो कि 3 युद्ध होए इन्हां नूं कर्नाटक दे युद्ध कहा जाता वा 1740 ते 1763 दे विच और एंड विच इत्थे फाइनली जित किहदी होई अंग्रेजां दी ठीक है ਜਿਹਦੇ ਵਿੱਚ ਅੰਗਰੇਜ਼ ਜਿੱਤ ਗਏ ਤੇ ਫਰਾਂਸੀਸੀ ਹਾਰ ਗਏ ਉਸ ਤੋਂ ਬਾਅਦ ਜਿਹੜੇ ਹੈਗੇ ਆ ਫਰਾਂਸੀਸੀ ਜਿਹੜੇ ਹੈਗੇ ਆ ਭਾਰਤ ਵਿੱਚ ਕੁਝ ਜ਼ਿਆਦਾ ਕਰ ਨਹੀਂ ਪਾ ਰਹੇ ਅੰਗਰੇਜ਼ੀ ਤਾਕਤ ਨੂੰ ਕੋਈ ਵੀ ਜਿਹੜਾ ਹੈਗਾ ਚੈਲੰਜ ਨਹੀਂ ਦੇ ਪਾਏ ਠੀਕ ਹੈ ਰਾਈਟ ਹੁਣ ਇੱਕ ਵਾਰੀ ਆਪਾਂ ਇਹ ਓਵਰਵਿਊ ਲਿਆ ਸੋ ਹੁਣ ਆਪਾਂ ਇੱਕ ਵਾਰੀ ਗੱਲ ਥੋੜੀ ਸਟਾਰਟਿੰਗ ਤੋਂ ਸ਼ੁਰੂ ਕਰਦੇ ਹਾਂ ਕਿ ਜਦੋਂ ਆਪਣੇ ਜਿਹੜੇ ਹੈਗੇ ਆ ਇਹ ਵਿਦੇਸ਼ੀ ਵਪਾਰ ਕਰਨ ਵਾਲੇ ਕਿੱਦਾਂ ਜਿਹੜੇ ਹੈਗੇ ਇੰਡੀਆ ਦੇ ਵਿੱਚ ਆਏ ਸੋ ਤੁਸੀਂ ਜਾਣਦੇ ਹੋਵੋਗੇ ਬਹੁਤ ਸਾਰੇ ਕਿ ਸਭ ਤੋਂ ਪਹਿਲਾਂ ਕੌਣ ਆਇਆ ਸੀਗਾ पुर्तगाली कप्तान वास्को डी गामा ठीक है सब तो पहला वास्को डी गामा ने भारत की खोज की मतलब देखो यूरोप तो जिहड़ा सीगा इंडिया आउण दा राह जिहड़ा सीगा ओके वो बाय लैंड दा सीगा ही ठीक है बट उत्थे की है कि गब्बे जिहड़ा हैगा वा तुर्की साम्राज बन गया ठीक है जिहड़ा कि इन्हां नूं यूरोपीयन वालियां नूं जिहड़ा हैगा इंडिया दे आउण दे विच बैरीयर बन गया ठीक है सो फिर जिहड़ा हैगा वा जिहड़े भी यूरोपीयन सीगे उन्होंने क्योंकि इंडिया के नाल उन्हों दा ट्रेड तो चलता सीगा ठीक है सो उन्होंने सोचा कि समुद्री राह कोई लभ्या जाए ठीक है इंडिया नूं तो सब तो पहला समुद्री राह किने लभ्या वास्को डी गामा ने ठीक है वास्को डी गामा सब तो पहला जिहड़ा हैगा वो इंडिया पहुंचा 17 मई 1498 17 मई 1498 नूं इंपोर्टेंट फैक्ट नोट कर लो और उतरिया कित्थे आके सब तो पहुंचिया कित्थे पहला कालीकत ठीक है जिन्हों अजकल कोझीकोड भी कह देंगे ठीक है वो कालीकत विच आके पहुंचे ठीक है राइट उस तो बाद जो ये जिहड़ा हैगा वा तुसीं देखो कि राह लभ गया उन्होंने समुद्री उस तो बाद तुसीं देखो कि डच भी आए अंग्रेज भी आए फ्रांसीसी भी आए ठीक है और इन्हां दे आपस दे विच देखो कि क्योंकि इंडिया दे विच ट्रेड करना सीगा और इंडिया दे विच ट्रेड दा करन दा इन्हां नूं बहुत ज़्यादा फायदा हुंदा सीगा जिहड़ियां चीज़ां इंडिया तो लैके जांदे हुंदे सीगे यूरोप दे उत्ते बहुत वेचदे सी तां इन्हां नूं बहुत मुनाफा हुंदा सीगा ठीक है सो इन्हां नूं ये हुंदा सीगा कि असीं ट्रेड करिए कोई होर ना ट्रेड करे सो इस करके इन्हां दे विच आपस दे विच स्ट्रगल भी चलदी रही आपस दे विच लड़दे भी रहे ये ठीक है और हौली हौली ना सारियां ने जिहड़ियां हैगियां वा इंडिया दे विच अपणियां अपणियां बस्तियां कायम कर लईआं ठीक है अपणियां अपणियां कॉलोनीज ठीक है कॉलोनियां बना लईआं ठीक है जां जिन्हां नूं फैक्टरीज़ दा भी नाम दित्ता जांदा वा ओके सो पुर्तगालियां ने कित्थे कित्थे बस्तियां बनाईआं ये सारे उत्थे लिखे हुए आ ठीक है पर डच्चां दीयां बस्तियां फ्रांसीसियां दीयां अंग्रेजां दीयां ये आपां देखदे हां सारियां आपां की आ अगले मैप दे विच देखदे हां उत्थों तुहानूं ज़्यादा क्लैरिटी आ जाएगी ओके सो ये मैप देखो ठीक है सो अंग्रेजी बस्तियां कित्थे कित्थे सीगियां सूरत राइट सो सूरत जिहड़ी एक गल है सब तो पहली जिहड़ी सीगी अंग्रेजी बस्ती सीगी ठीक है या फर्स्ट फैक्टरी इस्टैबलिश्ड बाय ब्रिटिश इन इंडिया ठीक है सूरत दे विच इन्हां दी पहली फैक्टरी बनी है ठीक है उस तो बाद बॉम्बे बंबई राइट उस तो बाद मद्रास ठीक है उस तो बाद मछलीपट्टम ओके और कलकत्ता ये 5 जिहड़ियां सीगियां ये अंग्रेजी बस्तियां सीगियां मतलब ये 5 ही नहीं सीगियां होर भी सीगियां ये मेन जी आपां गल करिए राइट सो तुसीं देख सकते हैं कि जिन्नियां भी ये बस्तियां उदों जिहड़ियां अंग्रेजां ने बनाईआं सी जिहड़ियां अंग्रेजां तो शुरू होईआं सी कि छोटी जी चीज़ तो अज ये बहुत वड्डे शहर आ ठीक है सूरत हो गया बॉम्बे हो गया मद्रास हो गया कलकत्ता हो गया ठीक है कलकत्ता मद्रास ते बॉम्बे तो मैट्रो सिटीज़ ने ठीक है सो तुसीं देख सकते हैं कि इत्थों जिहड़ा सीगा वो अंग्रेजां ने स्टार्ट कीता सी इन्हां नूं राइट सो उस तो बाद डच की देख सकते हैं ठीक है डच की तुहानूं इत्थे इक्को ही दिखेगी पुलीकत ठीक है ये पुलीकत जिहड़ी हैगी आ दिखेगी बाकी होर पिछे जिहड़ियां हैगियां वा तुसीं देख सकते हैं पिछे सारा दिता होया सीगा ओके और एक तुहानूं इहदा श्रीलंका दे विच भी दिखेगा ठीक है श्रीलंका दे विच भी डच्चां दा राज सीगा राइट और उस तो बाद फ्रांसीसियां दी बस्ती किहड़ी तुहानूं दिख रही है इत्थे पौंडीचेरी ठीक है ओके और दूसरी हैगी चंदर नगर ठीक है चंदर नगर भी बंगाल दे विच पैंदी आ पौंडीचेरी तुसीं देखो कि अजकल तमिलनाडु वाले रीजन दे विच जां पौंडीचेरी अपनी अलग जिहड़ी हैगी आ ओह यूटी है ठीक है उस तो बाद पुर्तगालियां दी बस्तियां सीगियां गोवा ओके राइट एंड कालीकत या कोझीकोड जिन्हों अजकल कहंदे आ ठीक है सो ये मेन बस्तियां सीगियां तुहानूं जरूर याद होणियां चाहीदियां ने ठीक है पिछे लिस्ट भी दित्ती हुई सीगी सो ये तुसीं याद करनियां वा चंगी तरीके नाल कि अंग्रेजां दी किहड़ी सी डच दी किहड़ी सी फ्रांसीसी दी किहड़ी सी पुर्तगाली दी भी किहड़ी सी
सो एक बारी देख भी लो। पुर्तगाली सीगियां गोवा, दमन, सालसेट, बासीन, मुंबई, सैंटोम ते हुगली। ठीक है। डच दीयां बस्तियां सीगियां कोचीन, सूरत, नागापटम, पुलीकत, चंसूरा। फ्रांसीसी बस्तियां सीगियां पांडीचेरी, चंद्रनगर, कराईकल। ओके। और अंग्रेजां दीयां बस्तियां सूरत, अहमदाबाद, बड़ोच, आगरा, बॉम्बे, कलकत्ता ते चेन्नई भी। ठीक है। सो ये सारे तुसीं नोट इहदे लै लैणे आ राइट, और इन्हां नूं चंगी तरह याद करना वा राइट। हुण गल आउंदे आपां कि जो ईस्ट इंडिया विच कंपनी बनी, जो अंग्रेजां दी ईस्ट इंडिया कंपनी सीगी, ठीक है, वो किदां जिहड़ी हैगी ओहदी भारत विच स्थापना हुई। ठीक है। सो ईस्ट इंडिया कंपनी बनी कदों सीगी? ये बनी सीगी इंग्लैंड दे विच, ठीक है, 31 दसंबर 1600। ठीक है। सो 1600 का जिहड़ा लास्ट दिन है 31 दसंबर, तुसीं देख सकदे हो डेट बड़ी जिहड़ी हैगी है इत्थे यूनीक है, थोड़ी ईजी भी है कि 1600 जिहड़ा साल सीगा ओहदा लास्ट दिन 31 दसंबर नूं बनी सीगी। ठीक है। ओके। सो अंग्रेज जिहड़े हैगे आ ओह इंडिया दे विच आए, ਵਪਾਰ ਕਰਨ आए और हौली हौली जिहड़ा सीगा ਵਪਾਰ करना शुरू किया, और इन्हां ने जिहड़ा हैगा वा फिर 1615 ईस्वी दे विच इन्हां दा जो कह लो कि प्रतिनिधि सीगा, रिप्रजेंटेटिव सीगा थॉमस रॉय, सर थॉमस रॉय। ठीक है। कंपनी का ऑफिशियल सीगा जिहड़ा उन्हें मुगल बादशाह जहांगीर तो, ठीक है, जहांगीर कौन है? अकबर दा बेटा। ठीक है। सो जहांगीर तो जिहड़ा हैगा इन्हें वपारक रियायतां लैण दा फैसला कर लिया, मतलब सफल हो गया ਉਹਦੇ ਵਿੱਚ। ठीक है, कि कुछ ना कुछ उन्हां को रियायतां ले लईआं। ठीक है, कि सानू किसी कर दी माफी राइट, जिद्दां बाहरलीआं कंपनीआं जिहड़ियां इत्थे आके अज भी लैंदियां ने। ठीक है। सो उस तरीके नाल सर थॉमस रॉय ने जिहड़ा हैगा वा जहांगीर तो करके लैण दियां रियायतां ले लईआं। उस तो बाद जिहड़ा हैगा इन्हां दे काफ़ी कंपनी नूं जिहड़ा कंपनी दे ट्रेड नूं काफ़ी खुलारा मिलिया, बहुत ज़्यादा बूस्ट मिलिया एक तरीके का। ठीक है। सो उस तो बाद फिर तुसीं देखो कि 1717 ईस्वी दे विच, ठीक है, लगभग 100 साल बाद फिर तो की है कि मुगल बादशाह फरक्शियर ने की है कि अंग्रेज़ां नूं दे दिता की उन्हां नूं दे दिता है कि तुसीं बंगाल, बिहार अते उड़ीसा दे विच बिना चुंगी कर दिते वपार करन दा अधिकार दे दिता उन्हां नूं। ठीक है। मतलब कि जिहड़ा कस्टम टैक्स जिहड़ा लगदा वा राइट, कस्टम जदों कोई बाहरों समान साडे आउंदा वा जां साडे बाहरों जांदा वा तां उहदे उत्ते अज भी एक कस्टम लगदा वा। सो इन्हां नूं कस्टम फ्री ट्रेड करन दी दे दित्ती गई कि ठीक है कोई गल नहीं राइट, कंपनी नूं जिहड़ी हैगी है स्पैशल अधिकार दे दिता, एक स्पैशल प्रिविलेज दे दित्ती। ठीक है, कि बंगाल, बिहार, उड़ीसा दे विच बिना चुंगी कर दिते वपार करन दा उन्हां नूं अधिकार दे दिता। ठीक है। सो इहदे नाल होया की, इहदे नाल होया कि चलो जो है बादशाह ने तो उन्होंने कंपनी नूं अधिकार दिता सी भी कंपनी ते जिहड़ा भी ट्रेड होऊगा ओह फ्री होऊगा। ठीक है, टैक्स फ्री होऊगा, चुंगी नहीं लगूगी ਉਹਦੇ ਉੱਤੇ। ठीक है। सो ਇਹਦਾ ਕੀ ਹੈ, ਇੱਕ ਤੇ ਸਿੱਧਾ ਸਿੱਧਾ ਮਾੜਾ ਅਫਸਰ ਜਿਹੜਾ ਇੰਡੀਅਨ ਜਿਹੜਾ ਵਪਾਰੀ ਸੀਗੇ, ਭਾਰਤੀ ਵਪਾਰੀ ਸੀਗੇ, ਉਹਨਾਂ ਦੇ ਉੱਤੇ ਹੋਇਆ ਕਿਉਂਕਿ ਉਹਨਾਂ ਨੂੰ ਟੈਕਸ ਦੇਣਾ ਪੈਂਦਾ ਸੀਗਾ। ਜਦੋਂ ਉਹ ਚੀਜ਼ਾਂ ਬਾਹਰ ਐਕਸਪੋਰਟ ਕਰਦੇ ਸੀ ਉਹ ਮਹਿੰਗੀਆਂ ਪੈਂਦੀਆਂ ਸੀਗੀਆਂ। ਠੀਕ ਹੈ। ਸੋ ਇਸ ਕਰਕੇ ਉਹਨਾਂ ਦਾ ਇੱਕ ਤਾਂ ਵਪਾਰ ਦੇ ਉੱਤੇ ਮਾੜਾ ਅਸਰ ਪਿਆ, ਤੇ ਜੇ ਉਹਨਾਂ ਦੇ ਵਪਾਰ ਦੇ ਉੱਤੇ ਮਾੜਾ ਅਸਰ ਪਿਆ ਤੇ ਫਿਰ ਅਫਕੋਰਸ ਜਿਹੜਾ ਬੰਗਾਲ ਦਾ ਜਿਹੜਾ ਰਾਜ ਸੀਗਾ ਉੱਤੇ ਵੀ ਮਾੜਾ ਅਸਰ ਪਿਆ, ਕਿਉਂਕਿ ਉਹਨਾਂ ਨੂੰ ਟੈਕਸ ਘੱਟ ਮਿਲਦਾ ਸੀਗਾ, ਅੰਗਰੇਜ਼ਾਂ ਤੋਂ ਤਾਂ ਮਿਲਦਾ ਨਹੀਂ ਸੀਗਾ। ਸੋ ਜਿਹੜੇ ਭਾਰਤੀਆਂ ਤੋਂ ਮਿਲਦਾ ਸੀਗਾ ਉਹਨਾਂ ਤੋਂ ਵੀ ਟੈਕਸ ਘੱਟ ਮਿਲੇਗਾ। ਠੀਕ ਹੈ। ਦੂਸਰੀ ਗੱਲ ਕੀ ਹੋਈ ਹੈ ਕਿ ਜਿਹੜੇ ਇਹ ਅੰਗਰੇਜ਼ ਸੀਗੇ, ਅੰਗਰੇਜ਼ ਅਫਸਰ ਸੀਗੇ, ਠੀਕ ਹੈ, ਅੰਗਰੇਜ਼ ਅਫਸਰ ਆਪਣਾ ਪਰਸਨਲ ਮਤਲਬ ਇੱਕ ਤੇ ਕੰਪਨੀ ਦਾ ਕੰਮ ਕਰਦੇ ਹੁੰਦੇ ਸੀ ਜਾਂ ਪਰਸਨਲ ਲੈਵਲ ਦੇ ਉੱਤੇ ਵੀ ਜਿਹੜਾ ਟ੍ਰੇਡ ਕਰਦੇ ਹੁੰਦੇ ਸੀਗੇ। ਠੀਕ ਹੈ। ਓਕੇ। ਸੋ ਪਰਸਨਲ ਲੈਵਲ ਦੇ ਉੱਤੇ ਵੀ ਆਪਣਾ ਵੀ ਵਪਾਰ ਚਲਾਉਂਦੇ ਹੁੰਦੇ ਸੀ, ਕੰਪਨੀ ਦਾ ਜਿਹੜਾ ਚੱਲਦਾ ਹੀ ਸੀਗਾ। ਠੀਕ ਹੈ। ਕਿਉਂਕਿ ਵਪਾਰ ਜਿਹੜਾ ਸੀਗਾ ਉਹ ਮੁਨਾਫਾ ਬਹੁਤ ਸੀਗਾ ਉਹਦੇ ਵਿੱਚ। ਠੀਕ ਹੈ। ਸੋ ਉਹ ਆਪਣੇ ਨਿੱਜੀ ਵਪਾਰ ਜਿਹੜਾ ਸੀਗਾ ਫਿਰ ਉਹਦੇ ਉੱਤੇ ਵੀ ਟੈਕਸ ਨਹੀਂ ਸੀ ਦਿੰਦੇ। ਠੀਕ ਹੈ। ਸੋ ਇਹ ਜਿਹੜੀ ਗੱਲ ਸੀਗੀ, ਇਹ ਜੋ ਬੰਗਾਲ ਦਾ ਨਵਾਬ ਜਿਹੜਾ ਬਣਦਾ ਵਾ, ਨਵਾਬ ਸਿਰਾਜਉਦੌਲਾ, ਉਹਨੂੰ ਜਿਹੜੀ ਸੀਗੀ ਆ ਸਹਿਣ ਨਹੀਂ ਸੀਗੀ ਇਹ ਗੱਲ। ਠੀਕ ਹੈ। ਸੋ ਇਸ ਕਰਕੇ ਕਿਉਂਕਿ ਉਹਦੇ ਖਜ਼ਾਨੇ ਨੂੰ ਬਹੁਤ ਘਾਟਾ ਪੈ ਰਿਹਾ ਸੀਗਾ ਇਹਦੇ ਕਰਕੇ। ਠੀਕ ਹੈ। ਸੋ ਉਹਨੇ ਜਿਹੜਾ ਹੈਗਾ ਵਾ ਇਸ ਚੀਜ਼ ਦੇ ਉੱਤੇ ਇਸ਼ੂ ਉਠਾਇਆ ਵੀ ਇਹ ਚੀਜ਼ ਜਿਹੜੀ ਹੈਗੀ ਅੰਗਰੇਜ਼ਾਂ ਨੂੰ ਕਿਹਾ, ਜਿਹੜੇ ਵੀ ਕਹਿ ਲਓ ਕਿ ਫਰਾਂਸੀ ਅੰਗਰੇਜ਼ਾਂ ਨੂੰ ਕਿਹਾ ਵੀ ਇਹ ਚੀਜ਼ ਗਲਤ ਹੋ ਰਹੀ ਆ। ਠੀਕ ਹੈ। ਫਿਰ ਬਾਕੀ ਗੱਲ ਇਹ ਹੋਈ ਕਿ ਉਸ ਟਾਈਮ ਜਿਹੜੇ ਅੰਗਰੇਜ਼ ਤੇ ਫਰਾਂਸੀਸੀ ਸੀਗੇ, ਠੀਕ ਹੈ, ਓਕੇ, ਇਹਨਾਂ ਦੋਨਾਂ ਨੇ ਜਿਹੜਾ ਹੈਗਾ ਕਲਕੱਤੇ ਦੇ ਵਿੱਚ, ਓਕੇ, ਮਤਲਬ ਬੰਗਾਲ ਦੇ ਵਿੱਚ ਆਪਣੀ ਕਿਲੇਬੰਦੀ ਸ਼ੁਰੂ ਕਰ ਦਿੱਤੀ। ਠੀਕ ਆ ਰਾਈਟ, ਆਪਣੀ ਕਿਲੇਬੰਦੀ ਮਤਲਬ ਆਪਣੀ ਸੈਨਾ ਰੱਖਣੀ ਔਰ ਆਪਣੇ ਜਿਹੜੀ ਆਪਣਾ ਕਹਿ ਲਓ ਕਿ ਜਿੱਥੇ ਵੀ ਇਹਨਾਂ ਦੀ ਫੈਕਟਰੀ ਸੀ ਉਹਨੂੰ ਬਾਹਰੋਂ ਹੋਰਾਂ ਲੋਕਾਂ ਤੋਂ ਪ੍ਰੋਟੈਕਟ ਕਰਨਾ। ਠੀਕ ਆ, ਆਪਣੀ ਕਿਲੇਬੰਦੀ ਸ਼ੁਰੂ ਕਰਨੀ ਕਰ ਦਿੱਤੀ। ਸੋ ਇਹ ਕੋਈ ਵੀ ਜਿਹੜਾ ਕਹਿ ਲਓ ਕਿ ਰੂਲਰ ਆ ਉਹਨੂੰ ਕੋਈ ਪਸੰਦ ਨਹੀਂ ਹੋਊਗਾ। ਠੀਕ ਹੈ, ਕਿ ਉਹਦੇ ਰਾਜ ਦੇ ਵਿੱਚ ਕੋਈ ਆਪਣਾ ਜਿਹੜਾ ਹੈਗਾ ਅਲੱਗ ਤੋਂ ਇੱਕ ਪਾਵਰ ਖੜੀ ਹੋਵੇ। ਠੀਕ ਹੈ।
ਸੋ ਕੀ ਸਿਰਾਜਉੱਦੌਲਾ ਨੇ ਕੀ ਕਿਹਾ ਕਿ ਇਹਨਾਂ ਨੂੰ ਕਿਹਾ ਕਿ ਵੀ ਆਪਣੀ ਕਿਲੇਬੰਦੀ ਜਿਹੜਾ ਕੰਮ ਜਿਹੜਾ ਤੁਸੀਂ ਬੰਦ ਕਰੋ, ਠੀਕ ਹੈ, ਸਾਡੇ ਰਾਜ ਨੂੰ ਖਤਰਾ ਵਾ, ਓਕੇ, ਔਰ ਸਹਿਣ ਨਹੀਂ ਕੀਤਾ ਜਾਵੇਗਾ। ਪਰ ਅੰਗਰੇਜ਼ਾਂ ਨੇ ਉਹਦੀ ਇਸ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਸਾਫ਼। ਹਾਲਾਂਕਿ ਫਰਾਂਸੀਸੀਆਂ ਨੇ ਜਿਹੜਾ ਹੈਗਾ ਵਾ ਉਹ ਕਿਲੇਬੰਦੀ ਕਰਨੀ ਬੰਦ ਕਰ ਦਿੱਤੀ। ਅੰਗਰੇਜ਼ਾਂ ਨੇ ਜਿਹੜਾ ਹੈਗਾ ਸਿੱਧਾ ਜਿਹੜਾ ਹੈਗਾ ਵਾ ਨਵਾਬ ਦੇ ਨਾਲ ਟੱਕਰ ਲੈ ਲਈ, ਉਹ ਕਹਿੰਦੇ ਅਸੀਂ ਤਾਂ ਨਹੀਂ ਬੰਦ ਕਰਦੇ, ਠੀਕ ਹੈ। ਸੋ ਇਸੇ ਕਰਕੇ ਜਿਹੜਾ ਹੈਗਾ ਵਾ ਨਵਾਬ ਤੇ ਅੰਗਰੇਜ਼ਾਂ ਦੇ ਵਿੱਚ ਜਿਹੜੇ ਹੈਗੇ ਆ ਉਹ ਝਗੜਾ ਹੋਇਆ, ਝੜਪਾਂ ਹੋਈਆਂ, ਲੜਾਈਆਂ ਹੋਈਆਂ, ਠੀਕ ਹੈ। ਔਰ ਫਾਈਨਲੀ ਜਿਹਦੇ ਕਰਕੇ ਕੀ ਹੋ ਗਿਆ, ਸਿਚੁਏਸ਼ਨ ਜਿਹੜੀ ਹੈਗੀ ਆ ਉਹ ਪਲਾਸੀ ਦੀ ਲੜਾਈ ਜਿਹੜੀ ਹੈਗੀ ਆ ਉਹ ਹੋਈ, ਠੀਕ ਹੈ, ਜਿਹੜੀ ਕਿਹਦੇ ਵਿਚਕਾਰ ਹੋਈ, ਨਵਾਬ ਸਿਰਾਜਉੱਦੌਲਾ ਤੇ ਈਸਟ ਇੰਡੀਆ ਕੰਪਨੀ ਦੇ ਵਿੱਚ ਪਲਾਸੀ ਦੀ ਲੜਾਈ ਹੋਈ 1757 ਈਸਵੀ ਨੂੰ, ਠੀਕ ਹੈ। ਸੋ ਇਹ ਬਹੁਤ ਇੱਕ ਇੰਪੋਰਟੈਂਟ ਫੈਕਟ ਹੈ ਕਿ ਪਲਾਸੀ ਦੀ ਲੜਾਈ ਕਦੋਂ ਹੋਈ, 23 ਜੂਨ 1757 ਈਸਵੀ ਨੂੰ ਪਲਾਸੀ ਦੀ ਲੜਾਈ ਹੋਈ, ਠੀਕ ਹੈ, ਨਵਾਬ ਸਿਰਾਜਉੱਦੌਲਾ ਦੇ ਅਤੇ ਰੋਬਰਟ ਕਲਾਈਵ, ਠੀਕ ਹੈ, ਜੋ ਕਿ ਕੰਪਨੀ ਦਾ ਜਿਹੜਾ ਸੀਗਾ ਉਹ ਹੈਡ ਸੀਗਾ ਇੰਡੀਆ ਦੇ ਵਿੱਚ, ਰਾਈਟ। ਰੋਬਰਟ ਕਲਾਈਵ ਤੇ ਸਿਰਾਜਉੱਦੌਲਾ ਦੇ ਵਿਚਕਾਰ ਇਹ ਹੋਈ, ਠੀਕ ਹੈ। ਔਰ ਇਹਦੇ ਵਿੱਚ ਦੇਖੋ ਕਿ ਨਵਾਬ ਕੀ ਆ ਕਿ ਇੱਕ ਪੂਰੇ ਬੰਗਾਲ ਦਾ ਨਵਾਬ ਇੱਕ ਪਾਸੇ, ਠੀਕ ਆ, ਉਹਦੇ ਕੋਲ ਸਾਰੀਆਂ ਤਾਕਤਾਂ, ਔਰ ਦੂਸਰੇ ਪਾਸੇ ਸਿਰਫ ਇੱਕ ਕੰਪਨੀ, ਇੱਕ ਵਪਾਰਕ ਕੰਪਨੀ, ਠੀਕ ਆ। ਬਟ ਉਹਦੇ ਵਿੱਚ ਵੀ ਕੰਪਨੀ ਜਿੱਤ ਗਈ, ਕਿਉਂਕਿ ਜਿਹੜੇ ਸੀਗੇ ਨਵਾਬ ਦੇ ਆਪਣੇ ਹੀ ਜਰਨੈਲ ਜਿਹੜੇ ਸੀਗੇ ਉਹਨਾਂ ਕੀ ਕਰ ਗਏ, ਧੋਖਾ ਕਰ ਗਏ, ਦੇਸ਼ ਦਰੋਹ ਕਰ ਗਏ, ਠੀਕ ਹੈ। ਜਦੋਂ ਜੰਗ ਹੋਈ ਤਾਂ ਮੀਰ ਜਾਫਰ ਤੇ ਰਾਏ ਦੁਰਲੱਭ, ਠੀਕ ਹੈ, ਇਹਨਾਂ ਦੋਨਾਂ ਦਾ ਨਾਮ ਲਿਖ ਲਓ, ਠੀਕ ਹੈ। ਮੀਰ ਜਾਫਰ ਤੇ ਰਾਏ ਦੁਰਲੱਭ ਜਿਹੜੇ ਆ ਇਹਨਾਂ ਨੇ ਲੜਾਈ ਵਿੱਚ ਹਿੱਸਾ ਨਹੀਂ ਲਿਆ, ਇਸ ਕਰਕੇ ਜਿਹੜਾ ਹੈਗਾ ਵਾ ਉਹ ਨਵਾਬ ਜਿਹੜਾ ਹੈਗਾ ਉਹ ਅੰਗਰੇਜ਼ਾਂ ਦੇ ਹੱਥੋਂ ਲੜਾਈ ਹਾਰ ਗਿਆ, ਠੀਕ ਹੈ, ਓਕੇ। ਸੋ ਉਹਨੂੰ ਜਿਹੜਾ ਹੈ ਉਹ ਤੋਂ ਕੈਦੀ ਬਣਾ ਕੇ ਬਾਅਦ ਵਿੱਚ ਉਹਨੂੰ ਮਾਰ ਦਿੱਤਾ ਗਿਆ, ਠੀਕ ਹੈ। ਔਰ ਨਵਾਂ ਜਿਹੜਾ ਹੈਗਾ ਕਲਾਈਵ ਨੇ, ਜਿਹੜਾ ਰੋਬਰਟ ਕਲਾਈਵ ਹੈ, ਉਹਨੇ ਬੰਗਾਲ ਦਾ ਨਵਾਂ ਜਿਹੜਾ ਹੈਗਾ ਉਹ ਨਵਾਬ ਬਣਾ ਦਿੱਤਾ ਮੀਰ ਜਾਫਰ ਨੂੰ, ਠੀਕ ਹੈ, ਜਿਹਨੇ ਦੇਸ਼ ਧਰੋਹ ਕੀਤਾ ਸੀਗਾ, ਠੀਕ ਹੈ। ਸੋ ਉਹਨੇ ਮੀਰ ਜਾਫਰ ਨੂੰ ਬੰਗਾਲ ਦਾ ਨਵਾਂ ਨਵਾਬ ਬਣਾ ਦਿੱਤਾ। ਪਰ ਜਦੋਂ ਮੀਰ ਜਾਫਰ ਬੰਗਾਲ ਦਾ ਨਵਾਬ ਬਣਿਆ, ਠੀਕ ਆ, ਤਾਂ ਉਹ ਕੁਝ ਵੀ ਜਿਹੜਾ ਆਪਣੇ ਆਪ ਤੋਂ ਕੁਝ ਵੀ ਨਹੀਂ ਕਰ ਸਕਦਾ ਸੀਗਾ, ਠੀਕ ਹੈ। ਹਰੇਕ ਅੰਗਰੇਜ਼ ਜਿਹੜੇ ਆ ਹਰੇਕ ਗੱਲ ਦੇ ਵਿੱਚ ਇੰਟਰਫੇਅਰ ਕਰ ਦਿੰਦੇ ਸੀਗੇ, ਓਕੇ, ਕਿਉਂਕਿ ਉਹ ਬਣਿਆ ਤਾਂ ਅੰਗਰੇਜ਼ਾਂ ਦੀ ਹੈਲਪ ਦੇ ਨਾਲ ਸੀਗਾ, ਠੀਕ ਹੈ। ਤੇ ਅੰਗਰੇਜ਼ਾਂ ਦੀ ਤਾਕਤ ਵੀ ਉਹਨੇ ਦੇਖ ਲਈ ਸੀਗੀ ਕਿ ਜਿੰਨੇ ਪੂਰੇ ਨਵਾਬ ਨੂੰ ਹਰਾ ਦਿੱਤਾ, ਬੰਗਾਲ ਦੇ ਨਵਾਬ ਨੂੰ, ਠੀਕ ਆ। ਸੋ ਉਹ ਜਿਹੜਾ ਸੀ ਕੁਝ ਕਰ ਨਹੀਂ ਸੀ ਪਾਉਂਦਾ, ਰਾਈਟ, ਠੀਕ ਹੈ। ਸੋ ਇੱਕ ਬਸ ਇੱਕ ਕਠਪੁਤਲੀ ਮਾਤਰ ਰਹਿ ਗਿਆ ਸੀਗਾ ਅੰਗਰੇਜ਼ਾਂ ਦੇ ਹੱਥਾਂ ਦੇ ਵਿੱਚ, ਜਿੱਦਾਂ ਅੰਗਰੇਜ਼ ਕਹਿੰਦੇ ਸੀਗੇ ਉਦਾਂ ਹੀ ਉਹਨੂੰ ਕਰਨਾ ਪੈਂਦਾ ਸੀਗਾ, ਜਿਹੜਾ ਕਿ ਉਹਨੂੰ ਬਰਦਾਸ਼ਤ ਨਹੀਂ ਹੁੰਦਾ ਸੀਗਾ। ਸੋ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ, ਫਿਰ ਉਹਨਾਂ ਨੇ ਕੀ ਆ ਕਿ ਉਹਨੂੰ ਬਦਲ ਕੇ ਮੀਰ ਜਾਫਰ ਦਾ ਜਵਾਈ ਸੀਗਾ ਮੀਰ ਕਾਸਿਮ, ਠੀਕ ਹੈ, ਇਹ ਨਾਮ ਨੋਟ ਕਰ ਲਓ ਧਿਆਨ ਨਾਲ, ਠੀਕ ਆ। ਮੀਰ ਜਾਫਰ ਤੋਂ ਬਾਅਦ ਫਿਰ ਮੀਰ ਜਾਫਰ ਨੂੰ ਵੀ ਜਿਹਨੂੰ ਬਿਠਾਇਆ ਸੀਗਾ ਉਹਨੂੰ ਵੀ ਗੱਦੀ ਤੋਂ ਲਾ ਦਿੱਤਾ ਤੇ ਕਿਹਨੂੰ ਬਣਾ ਦਿੱਤਾ, ਮੀਰ ਕਾਸਿਮ ਨੂੰ ਬਣਾ ਦਿੱਤਾ, ਠੀਕ ਆ, ਓਕੇ। ਤੇ ਮੀਰ ਕਾਸਿਮ ਨਾਲ ਵੀ ਉਹੀ ਗੱਲ ਹੋਈ, ਠੀਕ ਹੈ। ਹੁਣ ਨਵਾਬ ਦਾ ਕੋਈ ਬੰਦਾ ਬਣਦਾ ਵਾ ਕਿ ਠੀਕ ਹੈ ਵੀ ਮੇਰੀ ਚੱਲੂਗੀ ਸਾਰੇ ਦੇਸ਼ ਦੇ ਵਿੱਚ, ਜਿੱਦਾਂ ਮੈਂ ਕਹੂੰਗਾ ਉਦਾਂ ਹੋਏਗੀ। ਪਰ ਜਦੋਂ ਮੀਰ ਕਾਸਿਮ ਵੀ ਗੱਦੀ ਦੇ ਉੱਤੇ ਬੈਠਾ, ਉਹਨੇ ਵੀ ਉਹੀ ਚੀਜ਼ ਦੇਖੀ ਕਿ ਅੰਗਰੇਜ਼ ਦਾ ਜਿਹੜੀ ਆਪਣੀ ਗੱਲ ਹੀ ਚਲਾਉਂਦੇ ਆ, ਸਰਾਸਰ ਧੱਕਾ ਹੋ ਰਿਹਾ ਵਾ, ਠੀਕ ਹੈ। ਸੋ ਉਹਨੇ ਵੀ ਜਿਹੜਾ ਹੈਗਾ ਅੰਗਰੇਜ਼ਾਂ ਦੇ ਖਿਲਾਫ ਕੁਛ ਐਕਸ਼ਨ ਲਏ, ਠੀਕ ਆ, ਜਿਹਦਾ ਕਰਕੇ ਕੀ ਆ ਕਿ ਉਹਨੂੰ ਜਿਹੜਾ ਹੈਗਾ ਵਾ ਅਲਟੀਮੇਟਲੀ ਲੜਾਈ ਹੋਈ ਅੰਗਰੇਜ਼ਾਂ ਦੇ ਨਾਲ ਤੇ ਉਹਨੂੰ ਬੰਗਾਲ ਛੱਡ ਕੇ ਭੱਜਣਾ ਪੈ ਗਿਆ। ਔਰ ਉਹ ਕਿੱਥੇ ਗਿਆ, ਉਹ ਗਿਆ ਅਵਧ, ਠੀਕ ਹੈ। ਅਵਧ ਜਿੱਥੇ ਅੱਜ ਯੂਪੀ ਵਾਲਾ ਏਰੀਆ ਹੈਗਾ ਵਾ, ਠੀਕ ਹੈ, ਲਖਨਊ ਵਾਲਾ ਏਰੀਆ ਵਾ, ਇਹਨੂੰ ਅਵਧ ਸੀਗਾ, ਠੀਕ ਹੈ, ਓਕੇ। ਸੋ ਅਵਧ ਦੇ ਨਵਾਬ ਕੋਲ ਚਲੇ ਗਿਆ। ਅਵਧ ਦਾ ਨਵਾਬ ਕੌਣ ਸੀਗਾ, ਨਵਾਬ ਸ਼ੁਜਾਉਦੌਲਾ, ਠੀਕ ਹੈ, ਸ਼ੁਜਾਉਦੌਲਾ, ਰਾਈਟ, ਠੀਕ ਹੈ। ਸੋ ਉਹਨੇ ਕੀ ਕੀਤਾ ਨਾ, ਉਸ ਅਵਧ ਦੇ ਨਵਾਬ ਕੋਲ ਜਾ ਕੇ ਅੰਗਰੇਜ਼ਾਂ ਦੇ ਵਿਰੁੱਧ ਸੈਨਿਕ ਸਹਾਇਤਾ ਮੰਗੀ ਕਿ ਮੈਨੂੰ ਆਪਣਾ ਰਾਜ ਜਿਹੜਾ ਹੈਗਾ ਵਾਪਸ ਦਿਵਾਓ ਅੰਗਰੇਜ਼ਾਂ ਤੋਂ, ਠੀਕ ਹੈ। ਔਰ ਮੁਗਲ ਬਾਦਸ਼ਾਹ ਸ਼ਾਹ ਆਲਮ ਵੀ ਅਵਧ ਦੇ ਵਿੱਚ ਹੀ ਸੀਗਾ। ਸੋ ਇਹਨਾਂ ਤਿੰਨਾਂ ਨੇ ਮਿਲ ਕੇ, ਠੀਕ ਹੈ, ਤਿੰਨਾਂ ਨੇ ਮਿਲ ਕੇ ਫਿਰ ਅੰਗਰੇਜ਼ਾਂ ਨਾਲ ਯੁੱਧ ਕੀਤਾ ਕਿ ਤਿੰਨੋਂ ਕਿਹੜੇ, ਮੀਰ ਕਾਸਿਮ, ਸ਼ੁਜਾਉਦੌਲਾ ਐਂਡ ਸ਼ਾਹ ਆਲਮ, ਠੀਕ ਹੈ, ਓਕੇ। ਅੰਗਰੇਜ਼ਾਂ ਦੇ ਨਾਲ ਇਹਨਾਂ ਨੇ ਯੁੱਧ ਕੀਤਾ ਔਰ ਉਸ ਯੁੱਧ ਨੂੰ ਕੀ ਕਿਹਾ ਜਾਂਦਾ ਵਾ, ਉਸ ਯੁੱਧ ਨੂੰ ਕਿਹਾ ਜਾਂਦਾ ਵਾ ਬਕਸਰ ਦੀ ਲੜਾਈ। ਔਰ ਇਹ ਕਦੋਂ ਹੋਈ ਸੀਗੀ, 1764 ਈਸਵੀ ਦੇ ਵਿੱਚ, ਠੀਕ ਹੈ, ਓਕੇ। ਬਟ ਇਸ ਲੜਾਈ ਦੇ ਵਿੱਚ ਵੀ ਜਿਹੜਾ ਹੈਗੇ ਆ ਉਹ ਅੰਗਰੇਜ਼ ਜਿੱਤ ਗਏ, ਠੀਕ ਹੈ। ਅੰਗਰੇਜ਼ਾਂ ਦੀ ਕੌਣ ਕਰ ਰਿਹਾ ਸੀਗਾ ਅਗਵਾਈ, ਅੰਗਰੇਜ਼ੀ ਅਫਸਰ ਜਿਹੜਾ ਮੇਜਰ ਮੁਨਰੋ, ਠੀਕ ਹੈ, ਮੇਜਰ ਮੁਨਰੋ ਨੇ ਬਕਸਰ ਦੀ ਲੜਾਈ ਜਿੱਤ ਲਈ, ਠੀਕ ਹੈ। ਇਹ ਤਿੰਨੋਂ ਮਿਲ ਕੇ ਵੀ ਹਾਰ ਗਏ ਔਰ ਮੇਜਰ ਮੁਨਰੋ ਕੱਲਾ ਵੀ ਜਿੱਤ ਗਿਆ, ਠੀਕ ਹੈ। ਸੋ ਇਹਦੇ ਬਾਅਦ ਕੀ ਹੋਇਆ ਫਿਰ, ਠੀਕ ਹੈ। ਸੋ ਇਹਦੇ ਬਾਅਦ ਕੀ ਹੋ ਗਿਆ, ਔਰ ਇਹ ਜੋ ਲੜਾਈ ਹੈਗੀ ਆ ਅੰਗਰੇਜ਼ ਜਿੱਤ ਗਏ। ਔਰ ਫਿਰ ਇਹ ਲੜਾਈ ਦਾ ਅੰਤ ਕਿੱਦਾਂ ਹੋਇਆ, ਕਿਹੜੀ ਸੰਧੀ ਦੇ ਨਾਲ, ਇਲਾਹਾਬਾਦ ਦੀ ਸੰਧੀ, ਠੀਕ ਹੈ। ਸੋ ਇਲਾਹਾਬਾਦ ਦੀ ਸੰਧੀ ਦੇ ਨਾਲ ਇਹਦਾ ਐਂਡ ਹੋਇਆ। ਔਰ ਤੁਸੀਂ ਇਹ ਦੇਖੋ
कि मुगल सम्राट, ठीक है, ਜਿਹੜਾ ਪੂਰੇ ਇੰਡੀਆ ਦੇ ਉੱਤੇ ਕਦੇ ਮੁਗਲ ਸਾਮਰਾਜ ਦਾ ਜਿਹੜਾ ਸੀਗਾ ਬੋਲਬਾਲਾ ਸੀਗਾ ਔਰ ਅੰਗਰੇਜ਼ਾਂ ਦਾ ਹੱਥ ਸਿੱਧਾ ਮੁਗਲ ਸਮਰਾਟ ਦੀ ਧੌਣ ਨੂੰ ਪੈ ਗਿਆ, ਠੀਕ ਹੈ। ਸ਼ਾਹ ਆਲਮ ਜਿਹੜਾ ਹੈਗਾ ਉਹ ਸਿੱਧਾ ਅੰਗਰੇਜ਼ਾਂ ਦੇ ਵਿੱਚ ਹੱਥ ਹਾਰ ਗਿਆ ਕਿਉਂਕਿ ਉਹ ਲੜਾਈ ਹਾਰ ਗਿਆ ਸੀਗਾ, ਠੀਕ ਹੈ। ਸੋ ਉਹਦੇ ਨਾਲ ਕੀ ਹੋਇਆ, ਉਹਦੇ ਨਾਲ ਜਿਹੜਾ ਇੱਕ ਬਹੁਤ ਵੱਡਾ ਇਸ ਸੰਧੀ ਦਾ ਜਿਹੜਾ ਮੇਨ ਚੀਜ਼ ਹੈਗੀ ਆ ਉਹ ਕੀ ਹੋਇਆ ਕਿ ਸ਼ਾਹ ਆਲਮ ਨੇ ਅੰਗਰੇਜ਼ਾਂ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਦੇ ਦਿੱਤੀ, ਠੀਕ ਹੈ। ਦੀਵਾਨੀ ਦੇ ਦਿੱਤੀ ਮਤਲਬ ਉੱਥੋਂ ਟੈਕਸ ਇਕੱਠਾ ਕਰਨਾ, ਠੀਕ ਹੈ, ਮਾਲੀਆ ਇਕੱਠਾ ਕਰਨ ਦਾ ਅਧਿਕਾਰ ਦੇ ਦਿੱਤਾ ਵੀ ਤੁਸੀਂ ਜਿਹੜਾ ਟੈਕਸ ਲੱਗਦਾ ਵਾ ਕਿਸਾਨਾਂ ਦੇ ਉੱਤੇ ਜਿਹਨੂੰ ਲਗਾਨ ਕਹਿ ਦਿੰਦੇ ਹੁੰਦੇ ਸੀਗੇ, ਠੀਕ ਹੈ, ਉਹ ਮਾਲੀਆ ਜਿਹੜਾ ਹੈਗਾ ਤੁਸੀਂ ਇਕੱਠਾ ਕਰ ਸਕਦੇ ਹੋ, ਉਹ ਅੰਗਰੇਜ਼ਾਂ ਨੂੰ ਅਧਿਕਾਰ ਹੈਗਾ ਵਾ ਉਸ ਚੀਜ਼ ਦਾ, ਠੀਕ ਹੈ। ਸੋ ਇਹ ਹੋਰ ਵੀ ਸੰਧੀ ਦੀਆਂ ਬਹੁਤ ਸ਼ਰਤਾਂ ਸੀਗੀਆਂ ਬਟ ਮੇਨ ਗੱਲ ਕਰੀਏ ਤੇ ਇਹ ਜਿਹੜੀ ਹੈਗੀ ਹੈ ਸਭ ਤੋਂ ਵੱਡੀ ਇਹਦਾ ਕਹਿ ਲਓ ਕਿ ਸਿਗਨੀਫੀਕੈਂਸ ਸੀਗੀ, ਸਭ ਤੋਂ ਵੱਡਾ ਇਹਦਾ ਰਿਜ਼ਲਟ ਇਹੀ ਸੀਗਾ ਕਿ ਅੰਗਰੇਜ਼ਾਂ ਕੋਲ ਬੰਗਾਲ, ਬਿਹਾਰ ਤੇ ਉੜੀਸਾ ਦੀ ਦੀਵਾਨੀ ਅੰਗਰੇਜ਼ਾਂ ਨੂੰ ਦੇ ਦਿੱਤੀ ਗਈ, ਠੀਕ ਹੈ, ਰਾਈਟ। ਸੋ ਇਹਦੇ ਨਾਲ ਕੀ ਹੋਇਆ, ਇਹਦੇ ਨਾਲ ਜਿਹੜੀ ਨਵੀਂ ਚੀਜ਼ ਹੋਈ ਉਹਨੂੰ ਕਿਹਾ ਜਾਂਦਾ ਵਾ ਦੋਹਰੀ ਸ਼ਾਸਨ ਪ੍ਰਣਾਲੀ, ਠੀਕ ਹੈ, ਦੋਹਰੀ ਸ਼ਾਸਨ ਪ੍ਰਣਾਲੀ, ਰਾਈਟ। ਔਰ ਅੰਗਰੇਜ਼ੀ ਚ ਇਹਨੂੰ ਕਿਹਾ ਜਾਂਦਾ ਵਾ ਡੂਅਲ ਗਵਰਨਮੈਂਟ ਇਨ ਬੰਗਾਲ, ਓਕੇ, ਡੂਅਲ ਗਵਰਨਮੈਂਟ, ਠੀਕ ਹੈ। ਸੋ ਦੋਹਰੀ ਸ਼ਾਸਨ ਪ੍ਰਣਾਲੀ ਦੇ ਅਧਿਕਾਰ ਹੁਣ ਦੇਖੋ ਕੀ ਆ, ਜਿੱਦਾਂ ਆਪਾਂ ਦੇਖਿਆ ਕਿ ਅੰਗਰੇਜ਼ਾਂ ਕੋਲ ਬੰਗਾਲ, ਬਿਹਾਰ, ਉੜੀਸਾ ਦਾ ਦੀਵਾਨੀ ਦਾ ਹੱਕ ਆ ਗਿਆ ਵੀ ਟੈਕਸ ਉਹਨਾਂ ਨੇ ਇਕੱਠਾ ਕਰਨਾ ਵਾ, ਠੀਕ ਹੈ। ਤੇ ਰਾਬਰਟ ਕਲਾਈਵ ਨੇ ਕੀ ਕੀਤਾ, ਠੀਕ ਹੈ, ਹੁਣ ਉਹ ਬਕਸਰ ਦੀ ਲੜਾਈ ਦਾ ਜਿੱਤੇ ਗਿਆ ਸੀਗਾ, ਓਕੇ। ਬੰਗਾਲ ਦਾ ਜਿਹੜਾ ਸੀਗਾ ਨਵਾਬ ਜਿਹੜਾ ਸੀਗਾ, ਓਕੇ, ਉਹ ਆਪ ਨਹੀਂ ਉਹ ਬਣੇ, ਠੀਕ ਹੈ। ਸੋ ਜਿਹੜਾ ਵੀ ਬੰਗਾਲ ਦਾ ਨਵਾਬ ਰੱਖਿਆ ਉਹਨੂੰ ਕੀ ਕਿਹਾ ਗਿਆ ਵੀ ਤੁਸੀਂ ਜਿਹੜਾ ਹੈਗਾ ਵਾ ਗਵਰਨਮੈਂਟ ਤਾਂ ਤੁਸੀਂ ਚਲਾਉਣੀ ਆ, ਐਡਮਿਨਿਸਟ੍ਰੇਸ਼ਨ ਤੁਸੀਂ ਚਲਾਉਣੀ ਆ, ਸ਼ਾਸਨ ਪ੍ਰਬੰਧ ਤੁਸੀਂ ਕਰਨਾ ਵਾ, ਓਕੇ। ਬਟ ਜਿਹੜਾ ਟੈਕਸ ਇਕੱਠਾ ਕਰਨਾ ਵਾ, ਠੀਕ ਆ, ਜਾਂ ਸੈਨਿਕ ਮਾਮਲੇ ਜਾਂ ਮਾਲੀਆ ਸ਼ਾਸਨ ਪ੍ਰਬੰਧ ਕੰਪਨੀ ਦੇ ਕੋਲ ਆ ਗਿਆ, ਠੀਕ ਹੈ, ਉਹ ਕੰਪਨੀ ਕਰੇਗੀ, ਰਾਈਟ, ਠੀਕ ਹੈ। ਸੋ ਇਸ ਤਰੀਕੇ ਨਾਲ ਦੋ ਚੀਜ਼ਾਂ ਹੋ ਗਈਆਂ, ਠੀਕ, ਕਿ ਐਡਮਿਨਿਸਟ੍ਰੇਸ਼ਨ ਕਰੇਗਾ ਬੰਗਾਲ ਦਾ ਨਵਾਬ, ਠੀਕ ਹੈ, ਪਰ ਜਿਹੜਾ ਵੀ ਸੈਨਿਕ ਕਾਰਵਾਈ ਕਰਨੀ ਆ ਜਾਂ ਮਾਲੀਆ ਸ਼ਾਸਨ ਜਿਹੜੇ ਪੈਸੇ ਜਿਹੜੇ ਹੈਗੇ ਆ ਟੈਕਸ ਇਕੱਠਾ ਕਰਨਾ ਉਹ ਕਰੇਗੀ ਕੰਪਨੀ, ਠੀਕ ਹੈ। ਹੁਣ ਤੁਸੀਂ ਦੇਖੋ ਕਿ ਕੀ ਹੁੰਦਾ ਵਾ, ਮੰਨ ਲਓ ਕਿ ਕੋਈ ਵੀ ਬੰਦਾ ਬੰਗਾਲ ਦਾ ਜਿਹੜਾ ਹੈਗਾ ਵਾ ਉਹ ਕਿੱਥੋਂ ਜਾਊਗਾ, ਉਹਨੂੰ ਕੋਈ ਦੁੱਖ ਦਰਦ ਆ ਉਹ ਬੰਗਾਲ ਦੇ ਨਵਾਬ ਕੋਲ ਜਾਊਗਾ, ਠੀਕ ਹੈ, ਕਿਉਂਕਿ ਨਵਾਬ ਤਾਂ ਉਹੀ ਆ, ਠੀਕ ਹੈ, ਰਾਈਟ। ਸੋ ਮੰਨ ਲਓ ਕਿ ਕੋਈ ਸੜਕ ਬਣਾਉਣੀ ਆ, ਕੋਈ ਕੁਛ ਕਰਨਾ, ਕੋਈ ਖੂਹ ਖਦਵਾਉਣਾ ਕਿਤੇ, ਉਹ ਉਹਨਾਂ ਕੋਲ ਲੈ ਕੇ ਗਏ ਪਟੀਸ਼ਨ ਨਵਾਬ ਕੋਲੋਂ ਕਿ ਨਵਾਬ ਸਾਹਿਬ ਸਾਡੇ ਇਹ ਕਰਾ ਦਿਓ, ਸਾਡੇ ਇਹ ਜ਼ਰੂਰਤ ਹੈਗੀ ਆ, ਠੀਕ ਹੈ। ਸੋ ਨਵਾਬ ਨੂੰ ਉਹਦੇ ਉਹ ਕੰਮ ਕਰਨ ਦੇ ਲਈ ਕੀ ਚਾਹੀਦਾ ਵਾ, ਪੈਸਾ ਚਾਹੀਦਾ ਵਾ, ਕੋਈ ਵੀ ਕੰਮ ਹੋਣਾ ਉਹ ਪੈਸੇ ਨਾਲ ਹੋਣਾ ਵਾ, ਔਰ ਪੈਸਾ ਜਿਹੜਾ ਹੈਗਾ ਉਹਦੇ ਉੱਤੇ ਨਵਾਬ ਦਾ ਕੋਈ ਹੱਕ ਨਹੀਂ ਆ, ਕੀ, ਕਿਉਂਕਿ ਟੈਕਸ ਕੌਣ ਇਕੱਠਾ ਕਰਦੇ, ਟੈਕਸ ਕਰਦੇ ਆ ਅੰਗਰੇਜ਼, ਠੀਕ ਹੈ। ਸੋ ਉਹਦੇ ਲਈ ਅੰਗਰੇਜ਼ਾਂ ਨੇ ਸਹਿਮਤੀ ਦੇਣੀ ਆ ਤਾਂ ਹੀ ਉਹ ਕੰਮ ਹੋਣਾ ਵਾ। ਸੋ ਇਹਦੇ ਨਾਲ ਕੀ ਹੈ ਕਿ ਦੋਹਰੀ ਸ਼ਾਸਨ ਪ੍ਰਣਾਲੀ ਦੇ ਨਾਲ ਬੰਗਾਲ ਦਾ ਜਿਹੜਾ ਬਹੁਤ ਹੀ ਬੁਰਾ ਹਾਲ ਹੋ ਗਿਆ, ਠੀਕ ਆ, ਕਿਉਂ, ਕਿਉਂਕਿ ਜਿਹੜੀ ਐਡਮਿਨਿਸਟ੍ਰੇਸ਼ਨ ਸੀਗੀ, ਸ਼ਾਸਨ ਪ੍ਰਬੰਧ ਸੀਗਾ, ਉਹ ਨਵਾਬ ਦੇ ਹੱਥ ਵਿੱਚ ਸੀਗਾ, ਪਰ ਨਵਾਬ ਕੋਲ ਕੋਈ ਪੈਸਾ ਨਹੀਂ ਸੀਗਾ, ਠੀਕ ਹੈ। ਉਹ ਕਿਸ ਤਰੀਕੇ ਨਾਲ ਕਰ ਸਕਦਾ, ਜਾਂ ਪੈਸੇ ਨਾਲ ਕਰ ਸਕਦਾ ਵਾ ਜਾਂ ਆਪਣੀ ਸੈਨਿਕ ਸ਼ਕਤੀ ਦੇ ਨਾਲ ਕਰ ਸਕਦਾ, ਵੀ ਕੋਈ ਕੰਮ ਨਹੀਂ ਕਰ ਰਿਹਾ ਉਹ ਤੋਂ ਕਰਵਾਉਣਾ ਵਾ ਤਾਂ ਸੈਨਿਕ ਸ਼ਕਤੀ ਉੱਤੇ ਭੇਜੋ, ਠੀਕ ਹੈ, ਉਹਨੂੰ ਦਬਕਾ ਮਾਰੋ, ਉਹਨੂੰ ਜ਼ੋਰ ਦੇ ਨਾਲ ਉਤੋਂ ਕੰਮ ਕਰਵਾਓ ਇਹ, ਠੀਕ ਹੈ। ਸੋ ਉਹ ਦੋਨੋਂ ਚੀਜ਼ਾਂ ਉਹਦੇ ਕੋਲ ਨਹੀਂ ਸੀਗੀਆਂ, ਨਾ ਸੈਨਿਕ ਤੇ ਨਾ ਮਾਲੀਆ ਪ੍ਰਸ਼ਾਸਨ, ਠੀਕ ਹੈ। ਸੋ ਇਹ ਜਿਹੜੀਆਂ ਦੋ ਚੀਜ਼ਾਂ ਨੇ ਇਹਨੂੰ ਵੰਡ ਦਿੱਤਾ ਗਿਆ, ਇਹਨੂੰ ਕਿਹਾ ਜਾਂਦਾ ਦੋਹਰੀ ਸ਼ਾਸਨ ਪ੍ਰਣਾਲੀ, ਠੀਕ ਹੈ। ਔਰ ਇਹਦੇ ਵਿੱਚ ਜਿਹੜਾ ਹੈਗਾ ਵਾ ਬੰਗਾਲ ਦਾ ਜਿਹੜਾ ਹੈਗਾ ਉਹ ਬੁਰਾ ਹਾਲ ਹੋ ਗਿਆ, ਠੀਕ ਹੈ, ਓਕੇ। ਸੋ ਇਹ ਸ਼ੁਰੂ ਕਿਹਨੇ ਕੀਤੀ ਸੀਗੀ ਇਹ ਪ੍ਰਣਾਲੀ, ਰਾਬਰਟ ਕਲਾਈਵ ਨੇ, ਠੀਕ ਹੈ। ਔਰ ਐਂਡ ਕਿਹਨੇ ਕੀਤੀ ਫਿਰ ਇਹ 1772 ਦੇ ਵਿੱਚ ਇਹਨੂੰ ਐਂਡ ਕੀਤਾ ਗਿਆ, ਠੀਕ ਹੈ। ਸੋ ਦੇਖੋ ਕਿ 1764 ਤੋਂ 1772 ਦੇ ਸਮੇਂ ਦੌਰਾਨ ਜਿਹੜਾ ਹੈਗਾ ਇਹ ਦੋਹਰੀ ਸ਼ਾਸਨ ਪ੍ਰਣਾਲੀ ਚੱਲੀ, ਔਰ 1772 ਦੇ ਵਿੱਚ ਜੋ ਕੰਪਨੀ ਦਾ ਪਹਿਲਾ ਗਵਰਨਰ ਜਨਰਲ ਸੀਗਾ, ਠੀਕ ਹੈ, ਜਾਂ ਬੰਗਾਲ ਦਾ ਪਹਿਲਾ ਗਵਰਨਰ ਜਨਰਲ ਵਾਰਨ ਹੇਸਟਿੰਗ ਸੀਗਾ, ਉਹਨੇ ਫਿਰ ਆ ਕੇ ਇਹਨੂੰ ਐਂਡ ਕੀਤਾ, ਠੀਕ ਹੈ, ਔਰ ਅੰਗਰੇਜ਼ੀ ਸਮਰਾਜ ਦਾ ਵਿਸਤਾਰ ਜਿਹੜਾ ਹੈਗਾ ਉਹ ਕਰਨਾ ਸ਼ੁਰੂ ਕਰ ਦਿੱਤਾ, ਠੀਕ ਹੈ। ਔਰ ਉਦੋਂ ਤੋਂ ਜਿਹੜਾ ਹੈਗਾ ਵਾ ਕਿ ਬੰਗਾਲ ਉੱਤੇ ਸਿੱਧਾ ਈਸਟ ਇੰਡੀਆ ਕੰਪਨੀ ਦਾ ਰੂਲ ਹੋ ਗਿਆ, ਔਰ ਵਾਰਨ ਹੇਸਟਿੰਗ ਜਿਹੜਾ ਸੀਗਾ ਉਹ ਪਹਿਲਾ ਜਿਹੜਾ ਗਵਰਨਰ ਜਨਰਲ ਬਣਿਆ ਬੰਗਾਲ ਦਾ, ਠੀਕ ਹੈ, ਓਕੇ। ਸੋ ਅੰਗਰੇਜ਼ਾਂ ਦੀ ਕਿਸ ਤਰੀਕੇ ਦੀ ਨੀਤੀ ਸੀਗੀ ਕਿ ਜਿੱਤ ਵੀ ਗਏ ਸੀਗੇ, ਠੀਕ ਹੈ, ਤਾਂ ਆਪ ਨਹੀਂ ਬੈਠੇ ਸੀ ਗੱਦੀ ਉੱਤੇ, ਕਿਸੇ ਹੋਰ ਨੂੰ ਬਿਠਾ ਕੇ ਰੱਖਦੇ ਸੀ, ਕਿਸੇ ਇੰਡੀਅਨ ਬੰਦੇ ਨੂੰ ਬਿਠਾ ਕੇ ਰੱਖਦੇ ਸੀਗੇ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਜਿਹੜੇ ਲੋਕ ਹੈਗੇ ਆ, ਠੀਕ ਆ, ਉਹ ਉਹਨਾਂ ਦੀ ਵੀ ਇੱਕ ਅਸੈਪਟੈਂਸ ਹੋਣੀ ਚਾਹੀਦੀ ਆ, ਠੀਕ ਆ। ਸੋ ਕਾਫੀ ਦੇਰ ਜਿਹੜਾ ਹੈਗਾ ਵਾ ਉਹ ਦੇਖੋ ਕਿ ਉਹਨਾਂ ਨੇ ਨਵਾਬ ਹੀ ਬਣਾਈ ਰੱਖਿਆ, ਚਾਹੇ ਉਹ ਇੱਕ ਸਿਰਫ ਕਠਪੁਤਲੀ ਟਾਈਪ ਸੀਗਾ, ਓਕੇ। ਸੋ ਇਹ ਜਿਹੜੀਆਂ ਸੀਗੀਆਂ ਅੰਗਰੇਜ਼ਾਂ ਦੀਆਂ ਪਾਲਿਸੀਆਂ ਸੀਗੀਆਂ।
ठीक है। सो ਤੁਸੀਂ ਦੇਖੋ ਕਿ 1764 ਦੇ ਵਿੱਚ ਲਗਭਗ ਜਿਹੜਾ ਹੈਗਾ ਵਾ ਇਹ ਨਕਸ਼ਾ ਹੋ ਗਿਆ ਸੀਗਾ ਇੰਡੀਆ ਦਾ। ਸੋ ਆਹ ਦੋ ਤੁਸੀਂ ਜਿਹੜੇ ਦੇਖ ਰਹੇ ਆ ਦੋ ਏਰੀਆ ਬੰਗਾਲ ਆਹ ਬੰਗਾਲ ਠੀਕ ਹੈ, ਤੇ ਇਹ ਏਰੀਆ ਇਹਨੂੰ ਕਿਹਾ ਜਾਂਦਾ ਨਾਰਦਰਨ ਸਰਕਾਰ। ਠੀਕ ਹੈ, ਇਹ ਦੋ ਜਿਹੜੇ ਮੇਨ ਏਰੀਆ ਸੀਗੇ ਇਹ ਅੰਗਰੇਜ਼ੀ ਰਾਜ ਦੇ ਅੰਦਰ ਸੀਗੇ ਇਸ ਟਾਈਮ ਤੱਕ। ਠੀਕ ਹੈ, ਬਾਕੀ ਇੰਡੀਆ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਇੱਥੇ ਕੀ ਆ ਅਵਧ, ਇਹ ਅਵਧ ਆ। ਠੀਕ ਹੈ, ਇਹ ਸਾਰਾ ਮਰਾਠਾ ਲੈਂਡ ਆ। ਠੀਕ ਹੈ, ਪਰ ਮਰਾਠਿਆਂ ਦੇ ਵੀ ਇੱਕ ਨਹੀਂ ਆ, ਮਰਾਠਾ ਕੋਈ ਇੱਕ ਮਤਲਬ ਸਿੰਗਲ ਰੂਲ ਨਹੀਂ ਸੀਗਾ ਇੱਥੇ, ਕਿਉਂਕਿ ਮਰਾਠਿਆਂ ਦੇ ਵੀ 4 ਘਰਾਣੇ ਸੀਗੇ। ਓਕੇ, ਕੌਣ ਕੌਣ? ਗਾਇਕਵਾੜ, ਭੋਂਸਲੇ, ਸਿੰਧੀਆ, ਹੋਲਕਰ, ਉਹ ਸਾਰੇ ਮਰਾਠਿਆਂ ਦਾ ਜਿਹੜਾ ਸੀਗਾ ਇਹ ਇੰਨੇ ਏਰੀਏ ਦੇ ਵਿੱਚ ਰੂਲ ਸੀਗਾ। ਇੱਧਰ ਤੁਸੀਂ ਦੇਖ ਸਕਦੇ ਆ ਕਿ ਰਾਜਪੂਤਾਨਾ, ਠੀਕ ਹੈ, ਰਾਜਸਥਾਨ ਦੇ ਵਿੱਚ ਰਾਜਪੂਤਾਨਾ ਰੂਲ ਸੀਗਾ। ਔਰ ਫਿਰ ਇੱਥੇ ਤੁਸੀਂ ਦੇਖ ਸਕਦੇ ਆ ਕਿ ਇੱਧਰ ਨਿਜ਼ਾਮ ਜੋ ਹੈਦਰਾਬਾਦ ਦਾ ਨਿਜ਼ਾਮ ਸੀਗਾ। ਠੀਕ ਹੈ, ਸੋ ਇੱਥੇ ਨਿਜ਼ਾਮ ਦੀ ਟੈਰੀਟਰੀ ਹੈ। ਫਿਰ ਇੱਧਰ ਮਾਈਸੂਰ ਆ, ਓਕੇ, ਕਰਨਾਟਕ ਆ। ਠੀਕ ਹੈ, ਸੋ ਇਹ ਸਾਰਾ ਜਿਹੜਾ ਹੈਗਾ ਇੰਡੀਆ ਦਾ 1764 ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਮੈਪ ਸੀਗਾ। ਓਕੇ, ਹੁਣ ਅੰਗਰੇਜ਼ਾਂ ਨੇ ਬੰਗਾਲ ਨੂੰ ਜਿੱਤ ਲਿਆ ਸੀਗਾ। ਉਸ ਤੋਂ ਬਾਅਦ ਜਿਹੜਾ ਹੈਗਾ ਬੰਗਾਲ ਤੋਂ ਬਾਅਦ ਉਹਨਾਂ ਨੇ ਮਾਈਸੂਰ ਨੂੰ ਜਿੱਤਿਆ ਵਾ। ਠੀਕ ਹੈ, ਮਾਈਸੂਰ ਦੇ ਉੱਤੇ ਤੁਸੀਂ ਦੇਖੋ ਕਿ ਬੰਗਾਲ ਤੋਂ ਬਾਅਦ ਮਾਈਸੂਰ ਦੇ ਉੱਤੇ ਧਿਆਨ ਕੀਤਾ, ਕਿਉਂਕਿ ਮੈਸੂਰ ਦਾ ਜਿਹੜਾ ਰੂਲਰ ਸੀਗਾ, ਠੀਕ ਹੈ, ਹੈਦਰ ਅਲੀ ਤੇ ਟੀਪੂ ਸੁਲਤਾਨ, ਠੀਕ ਹੈ, ਉਹ ਬਹੁਤ ਹੀ ਜ਼ਿਆਦਾ ਖਤਰਨਾਕ ਸੀਗੇ ਅੰਗਰੇਜ਼ਾਂ ਦੇ ਲਈ। ਰਾਈਟ, ਸੋ ਉਹਦੇ ਬਾਰੇ ਆਪਾਂ ਕਰਾਂਗੇ ਅੱਗੇ ਗੱਲ ਇੱਕ ਵਾਰੀ। ਠੀਕ ਹੈ, ਸੋ ਅੱਗੇ ਫਰਦਰ ਤੁਸੀਂ ਦੇਖੋਗੇ ਕਿ ਸਹਾਇਕ ਸੰਧੀ ਦੁਆਰਾ ਵੀ ਇਹਨਾਂ ਨੇ ਵਿਸਤਾਰ ਕੀਤਾ। ਸਹਾਇਕ ਸੰਧੀ ਨੂੰ ਕੀ ਕਿਹਾ ਜਾਂਦਾ ਅੰਗਰੇਜ਼ੀ ਦੇ ਵਿੱਚ? ਸਬਸਿਡਰੀ ਅਲਾਇੰਸ। ਓਕੇ, ਸੋ ਇਹ ਵੀ ਇੱਕ ਬਹੁਤ ਇੰਪੋਰਟੈਂਟ ਟੌਪਿਕ ਆ। ਠੀਕ ਹੈ, ਇਹ ਅਲਾਇੰਸ ਕਿੰਨੇ ਸ਼ੁਰੂ ਕਿੰਨੇ ਕੀਤੀ ਸੀਗੀ? ਲਾਰਡ ਵੈਲਜ਼ਲੀ ਨੇ। ਠੀਕ ਹੈ, ਲਾਰਡ ਵੈਲਜ਼ਲੀ ਨੇ ਜਿਹੜੀ ਹੈਗੀ ਆ ਇਹ ਸਹਾਇਕ ਸੰਧੀ ਸ਼ੁਰੂ ਕੀਤੀ ਸੀ, ਇਹਨੂੰ ਸਬਸਾਈਡਰੀ ਅਲਾਇੰਸ ਕਿਹਾ ਜਾਂਦਾ ਵਾ। ਓਕੇ, ਔਰ ਇਸ ਸੰਧੀ ਦੀਆਂ ਸ਼ਰਤਾਂ ਕੀ ਹੁੰਦੀਆਂ ਸੀਗੀਆਂ? ਮੇਨ ਇਹਦੀਆਂ ਸ਼ਰਤਾਂ 4 ਇਹ ਸ਼ਰਤਾਂ ਹੁੰਦੀਆਂ ਸੀਗੀਆਂ। ਠੀਕ ਹੈ, ਪਹਿਲੀ ਗੱਲ ਕੀ ਹੈ ਕਿ ਉਹ ਜਿਹੜਾ ਵੀ ਰਾਜ ਆ ਜਿਹੜਾ ਅੰਗਰੇਜ਼ਾਂ ਦੇ ਨਾਲ ਇਹ ਸੰਧੀ ਕਰਦਾ ਵਾ, ਠੀਕ ਆ, ਓਕੇ, ਸੋ ਉਹਦੀ ਅੰਗਰੇਜ਼ ਉਹਨੂੰ ਕੀ ਕਰਦੇ ਸੀਗੇ? ਅੰਗਰੇਜ਼ ਉਹਨੂੰ ਪ੍ਰੋਟੈਕਟ ਕਰਦੇ ਸੀਗੇ, ਬਚਾਉਂਦੇ ਸੀਗੇ। ਕੋਈ ਵੀ ਐਕਸਟਰਨਲ, ਠੀਕ ਹੈ, ਕੋਈ ਵੀ ਬਾਹਰੋਂ ਹਮਲਾ ਹੋਇਆ ਤੇ ਅੰਗਰੇਜ਼ ਉਹਦੀ ਜਿਹੜੀ ਹੈਗੀ ਹੈ ਮਦਦ ਕਰਨਗੇ। ਠੀਕ ਹੈ, ਓਕੇ, ਸੋ ਜਿਹੜੇ ਵੀ ਰਾਜੇ ਹੁੰਦੇ ਸੀ ਉਹਨਾਂ ਨੂੰ ਹੁੰਦਾ ਸੀ ਵੀ ਅੰਗਰੇਜ਼ਾਂ ਦੀ ਇੰਨੀ ਜ਼ਿਆਦਾ ਪਾਵਰ ਆ, ਠੀਕ ਹੈ, ਇਹਨਾਂ ਦੀ ਸੈਨਿਕ ਸ਼ਕਤੀ ਇੰਨੀ ਜ਼ਿਆਦਾ ਮਜ਼ਬੂਤ ਆ ਕਿ ਇਹ ਸਾਨੂੰ ਜਿਹੜੇ ਹੈਗੇ ਆ ਪ੍ਰੋਟੈਕਟ ਕਰਨਗੇ, ਕੋਈ ਸਾਡੇ ਉੱਤੇ ਹਮਲਾ ਨਹੀਂ ਕਰੇਗਾ। ਪਰ ਦੂਸਰੀ ਗੱਲ ਆ, ਬਾਹਰੀ ਹਮਲੇ ਤੋਂ ਤਾਂ ਰੋਕਦੇ ਸੀ, ਜੇ ਅੰਦਰੂਨੀ ਵੀ ਕੋਈ ਇਹੋ ਜਿਹੀ ਚਾਲ ਚੱਲਦਾ ਵਾ, ਠੀਕ ਆ, ਕਿ ਰਾਜੇ ਨੂੰ ਅੰਦਰੂਨੀ ਕੋਈ ਚਾਲ ਚੱਲ ਕੇ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸ ਟਾਈਮ ਦੇ ਵਿੱਚ ਵੀ ਜਿਹੜੀ ਹੈਗੀ ਅੰਗਰੇਜ਼ ਉਹਦੀ ਸਹਾਇਤਾ ਕਰਨਗੇ। ਠੀਕ ਹੈ, ਇਹ ਜਿਹੜੀ ਸੀਗੀ ਅੰਗਰੇਜ਼ਾਂ ਵੱਲੋਂ ਜਿਹੜੀ ਆਫਰ ਸੀਗੀ। ਠੀਕ ਹੈ, ਪਰ ਇਹਦੇ ਬਦਲੇ ਕੀ ਹੈ ਕਿ ਉਹਨੂੰ ਅੰਗਰੇਜ਼ੀ 4 ਸ਼ਰਤਾਂ ਮੰਨਣੀਆਂ ਪੈਂਦੀਆਂ ਹੁੰਦੀਆਂ ਸੀਗੀਆਂ। ਠੀਕ ਹੈ, ਜਾਂ ਮੇਨ ਇਹ ਸ਼ਰਤਾਂ ਹੁੰਦੀਆਂ ਸੀਗੀਆਂ ਉਹਦੇ ਵਿੱਚ ਕਿ ਪਹਿਲੀ ਗੱਲ ਕਿ ਉਹ ਕਿਸੇ ਵੀ ਮਤਲਬ ਉਹਦੇ ਜਿਹੜੇ ਵੀ ਫੋਰਨ ਅਫੇਅਰ ਹੁੰਦੇ ਸੀਗੇ, ਠੀਕ ਹੈ, ਜਾਂ ਕਹਿ ਲਓ ਜਿਹਨੂੰ ਐਕਸਟਰਨਲ ਅਫੇਅਰ ਹੁੰਦੇ ਸੀਗੇ, ਉਹ ਅੰਗਰੇਜ਼ੀ ਸਰਕਾਰ ਦੇ ਹਿਸਾਬ ਨਾਲ ਚੱਲਣਾ ਵਾ। ਠੀਕ ਆ, ਓਕੇ, ਸੋ ਈਸਟ ਇੰਡੀਆ ਕੰਪਨੀ ਦੇ ਹਿਸਾਬ ਦੇ ਨਾਲ ਉਹਨੂੰ ਚੱਲਣਾ ਪੈਣਾ ਵਾ। ਬਾਹਰ ਕਿਸੇ ਨੂੰ ਵੀ, ਠੀਕ ਹੈ, ਕਿਸੇ ਨੂੰ ਯੁੱਧ ਦੇ ਵਿੱਚ ਸਹਾਇਤਾ ਦੇਣੀ ਆ ਜਾਂ ਕਿਸੇ ਨਾਲ ਕੋਈ ਵੀ ਰਿਲੇਸ਼ਨ ਰੱਖਣਾ ਵਾ ਬਾਹਰਲੇ ਨਾਲ, ਉਹ ਅੰਗਰੇਜ਼ਾਂ ਦੇ ਹਿਸਾਬ ਨਾਲ ਹੁੰਦਾ ਸੀਗਾ। ਠੀਕ ਹੈ, ਦੂਸਰਾ ਕੀ ਹੈ ਕਿ ਉਸ ਰਾਜ ਦੇ ਸ਼ਾਸਕ ਨੂੰ ਆਪਣੇ ਰਾਜ ਵਿੱਚ ਇੱਕ ਬ੍ਰਿਟਿਸ਼ ਰੈਜ਼ੀਡੈਂਟ ਰੱਖਣਾ ਪੈਂਦਾ ਸੀਗਾ। ਠੀਕ ਹੈ, ਓਕੇ, ਸੋ ਉਹਦੇ ਹੀ ਕਹਿ ਲਓ ਕਿ ਜਿਹੜੀ ਸਭਾ ਹੁੰਦੀ ਸੀਗੀ, ਠੀਕ ਹੈ, ਜਿਹੜਾ ਉਹਦਾ ਦਰਬਾਰ ਲੱਗਦਾ ਸੀਗਾ, ਉਹਦੇ ਵਿੱਚ ਇੱਕ ਬ੍ਰਿਟਿਸ਼ ਰੈਜ਼ੀਡੈਂਟ ਹੁੰਦਾ ਸੀਗਾ। ਠੀਕ ਹੈ, ਕਿਉਂਕਿ ਬ੍ਰਿਟਿਸ਼ ਰੈਜ਼ੀਡੈਂਟ ਚਾਹੀਦਾ ਵਾ, ਕਿਉਂਕਿ ਉੱਥੇ ਲਿਖਿਆ ਹੋਇਆ ਵਾ ਕਿ ਉਹਦੀਆਂ ਜਿਹੜੀ ਐਕਸਟਰਨਲ ਅਫੇਅਰ ਆ ਉਹ ਅੰਗਰੇਜ਼ੀ ਸਰਕਾਰ ਦੇ ਹਿਸਾਬ ਨਾਲ ਚੱਲਣੇ ਆ, ਪਰ ਅੰਗਰੇਜ਼ੀ ਸਰਕਾਰ ਦਾ ਫਿਰ ਇੱਕ ਉੱਥੇ ਪ੍ਰਤੀਨਿਧੀ ਤਾਂ ਚਾਹੀਦਾ ਹੀ ਆ, ਉਹਨੂੰ ਕਿਹਾ ਜਾਂਦਾ ਸੀਗਾ ਬ੍ਰਿਟਿਸ਼ ਰੈਜ਼ੀਡੈਂਟ। ਠੀਕ ਹੈ, ਓਕੇ, ਫਿਰ ਉਸ ਤੋਂ ਅੱਗੇ ਕੀ ਹੈ ਕਿ ਉਸ ਰਾਜ ਦਾ ਸ਼ਾਸਕ ਕਿਸੇ ਵਿਦੇਸ਼ੀ ਸ਼ਕਤੀ ਨਾਲ ਕੋਈ ਸੰਬੰਧ ਨਹੀਂ ਰੱਖ ਸਕਦਾ ਸੀ। ਠੀਕ ਹੈ, ਸੋ ਵਿਦੇਸ਼ੀ ਸ਼ਕਤੀ ਇੱਥੇ ਕੀ ਦਾ ਕੀ ਮਤਲਬ ਕਿ ਜਿਹੜੀਆਂ ਯੂਰੋਪੀਅਨ ਪਾਵਰ ਸੀਗੀਆਂ, ਠੀਕ ਹੈ, ਮਤਲਬ ਕਿ ਕੋਈ ਫਰਾਂਸ ਆ, ਪੁਰਤਗਾਲ ਆ, ਡੱਚ ਆ, ਠੀਕ ਹੈ, ਇਹਨਾਂ ਦੇ ਨਾਲ ਉਹਦਾ ਕੋਈ ਵੀ ਜਿਹੜਾ ਹੈਗਾ ਸੰਬੰਧ ਨਹੀਂ ਰੱਖੇਗਾ, ਸਿਰਫ ਅੰਗਰੇਜ਼ਾਂ ਨਾਲ ਹੀ ਰੱਖੇਗਾ। ਵਿਦੇਸ਼ੀ ਸ਼ਕਤੀਆਂ ਮਤਲਬ ਇੱਥੇ ਯੂਰੋਪੀਅਨ ਪਾਵਰਸ ਦੀ ਗੱਲ ਕੀਤੀ ਗਈ ਆ। ਓਕੇ, ਐਂਡ ਚੌਥੀ ਸ਼ਰਤ ਹੁੰਦੀ ਸੀ ਉਹ ਰਾਜ ਅੰਗਰੇਜ਼ਾਂ ਦੀ ਆਗਿਆ ਲਏ ਬਿਨਾਂ ਕਿਸੇ ਹੋਰ ਦੇਸ਼ ਨਾਲ ਯੁੱਧ ਨਹੀਂ ਕਰ ਸਕਦਾ। ਠੀਕ ਹੈ, ਕਿਸੇ ਹੋਰ ਨਾਲ ਯੁੱਧ ਨਹੀਂ ਕਰ ਸਕਦਾ। ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਉਹਦਾ ਕੋਈ ਐਕਸਟਰਨਲ ਅਫੇਅਰ ਉੱਤੇ ਕਿਹਦਾ ਕੰਟਰੋਲ ਸੀਗਾ? ਅੰਗਰੇਜ਼ਾਂ ਦਾ ਕੰਟਰੋਲ ਸੀਗਾ। ਠੀਕ ਹੈ, ਸੋ ਇਹ ਸ਼ਰਤਾਂ ਉਹਨੂੰ ਮੰਨਣੀਆਂ ਪੈਂਦੀਆਂ ਸੀਗੀਆਂ। ਠੀਕ ਹੈ, ਔਰ ਇਹ ਸ਼ਰਤਾਂ ਦੇ ਨਾਲ ਜਿਹੜਾ ਹੈਗਾ ਵਾ ਅਲਟੀਮੇਟਲੀ ਇੱਕ ਤਰੀਕੇ ਦੇ ਨਾਲ ਉਹ ਅੰਗਰੇਜ਼ਾਂ ਦੇ ਪੰਜੇ ਥੱਲੇ
ਅੱਧਾ ਤਾਂ ਆ ਹੀ ਜਾਂਦਾ ਸੀਗਾ, ਠੀਕ ਹੈ, ਕਿਉਂਕਿ ਉਹਦੀ ਜ਼ਿਆਦਾ ਕੋਈ ਆਜ਼ਾਦੀ ਬਚੀ ਨਹੀਂ ਹੁੰਦੀ ਸੀਗੀ, ਠੀਕ ਆ। ਬਾਹਰੋਂ ਕੋਈ ਵੀ ਹੈਗਾ ਵਾ ਤਾਂ ਬਾਹਰਲੇ ਕੋਈ ਵੀ ਐਕਸਟਰਨਲ ਅਫੇਅਰ ਨਾਲ ਸੰਬੰਧ ਰੱਖਣੇ ਆ ਤਾਂ ਉਹਨੂੰ ਅੰਗਰੇਜ਼ਾਂ ਤੋਂ ਪੁੱਛਣਾ ਪੈਂਦਾ ਸੀਗਾ, ਠੀਕ ਹੈ। ਸੋ ਇਹ ਹੈ ਸਹਾਇਕ ਸੰਧੀ, ਠੀਕ ਹੈ। ਸੋ ਇਹਦੇ ਵਿੱਚ ਜੋ ਮੇਨ ਸਭ ਤੋਂ ਜਿਹੜਾ ਇੰਪੋਰਟੈਂਟ ਕੁਐਸਚਨ ਬਣਦਾ ਵਾ, ਓਕੇ, ਸੋ ਉਹ ਜਿਹੜਾ ਹੈਗਾ ਵਾ ਵੀ ਲਾਰਡ ਇਹ ਕਿੰਨੇ ਸ਼ੁਰੂ ਕੀਤੀ ਸੀ ਸਬਸਾਈਡਰੀ ਅਲਾਇੰਸੀ, ਸੋ ਉਹ ਹੈ ਲਾਰਡ ਵੈਲਜ਼ਲੀ, ਠੀਕ ਹੈ। ਔਰ ਇਸ ਪ੍ਰਣਾਲੀ ਦੇ ਅਧੀਨ ਜਿਹੜਾ ਸਭ ਤੋਂ ਪਹਿਲਾਂ ਹੈਦਰਾਬਾਦ ਦੇ ਨਿਜ਼ਾਮ ਨੇ ਜਿਹੜੀ ਹੈਗੀ ਇਹ ਟ੍ਰੀਟੀ ਸਾਈਨ ਕੀਤੀ ਸੀਗੀ ਅੰਗਰੇਜ਼ਾਂ ਦੇ ਨਾਲ। ਸਭ ਤੋਂ ਪਹਿਲਾਂ ਇਹ ਅਲਾਇੰਸ ਹੈਦਰਾਬਾਦ ਦੇ ਨਿਜ਼ਾਮ ਨੇ ਕੀਤੀ ਸੀਗੀ, ਓਕੇ, ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਨੋਟ ਲਈ ਜਾਣਾ ਵਾ, ਰਾਈਟ। ਔਰ ਇਹ PDF ਵੀ ਤੁਹਾਨੂੰ ਆਪਾਂ ਐਂਡ ਦੇ ਵਿੱਚ ਟੈਲੀਗ੍ਰਾਮ ਚੈਨਲ ਸਾਡੇ ਉੱਤੋਂ ਤੁਸੀਂ ਡਾਊਨਲੋਡ ਕਰ ਸਕਦੇ ਆ, ਠੀਕ ਹੈ। ਸੋ ਅਗਲਾ ਗੱਲ ਆਪਾਂ ਜਦੋਂ ਹੁਣ ਗੱਲ ਕਰ ਰਹੇ ਸੀਗੇ ਕਿ ਆਪਾਂ ਮੈਪ ਦੇਖਿਆ ਪਿੱਛੇ, ਠੀਕ ਹੈ। ਸੋ ਮੈਸੂਰ ਅੰਗਰੇਜ਼ ਮੈਸੂਰ ਯੁੱਧ, ਠੀਕ ਹੈ, ਜਾਂ ਇਹਨੂੰ ਕਿਹਾ ਜਾਂਦਾ ਵਾ ਇੰਗਲਿਸ਼ ਦੇ ਵਿੱਚ ਐਂਗਲੋ ਮੈਸੂਰ ਵਾਰ, ਠੀਕ ਹੈ। ਸੋ ਅੰਗਰੇਜ਼ਾਂ ਤੇ ਮੈਸੂਰ ਜਿਹੜੀ ਰਿਆਸਤ ਸੀ ਇਹਨਾਂ ਦੇ ਵਿੱਚ 4 ਜਿਹੜੀਆਂ ਹੈਗੀਆਂ ਜੰਗਾਂ ਹੋਈਆਂ ਵਾ, ਠੀਕ ਆ, ਓਕੇ, 4 ਜੰਗਾਂ ਹੋਈਆਂ ਵਾ। ਸਭ ਤੋਂ ਪਹਿਲਾਂ ਤੁਸੀਂ ਦੇਖੋ ਕਿ ਸਭ ਤੋਂ ਪਹਿਲੀ ਜੰਗ ਜਿਹੜੀ ਹੋਏਗੀ ਆ ਉਹ 1767 ਤੋਂ ਲੈ ਕੇ 1769 ਦੇ ਵਿੱਚ ਪਹਿਲੀ ਜੰਗ ਹੋਈ ਆ, ਠੀਕ ਹੈ। ਕਿਹਦੇ ਵਿਚਕਾਰ? ਹੈਦਰ ਅਲੀ ਜੋ ਕਿ ਮੈਸੂਰ ਦਾ ਰਾਜਾ ਸੀਗਾ, ਠੀਕ ਆ, ਓਕੇ, ਤੇ ਉਹਦੇ ਦੁਸ਼ਮਣ, ਠੀਕ ਹੈ। ਤੁਸੀਂ ਦੇਖਿਆ ਮੈਪ ਦੇ ਵਿੱਚ ਕਿ ਮੈਸੂਰ ਦੇ ਨੇੜੇ ਇੱਕ ਪਾਸੇ ਕੀ ਆ ਮਰਾਠਾ ਵਾ, ਠੀਕ ਹੈ, ਇਹ ਮੈਸੂਰ ਹੋ ਗਿਆ, ਔਰ ਦੂਸਰੇ ਪਾਸੇ ਕੌਣ ਆ? ਨਿਜ਼ਾਮ, ਠੀਕ ਹੈ। ਔਰ ਇਹ ਗੁਆਂਢੀਆਂ ਦੀ ਆਪਸ ਦੇ ਵਿੱਚ ਲੱਗਦੀ ਹੁੰਦੀ ਆ, ਠੀਕ ਹੈ, ਇਹ ਇੱਕ ਦੂਜੇ ਦੇ ਦੁਸ਼ਮਣ ਆ ਕਿਉਂਕਿ ਇਹ ਹਰੇਕ ਕੋਈ ਆਪਣੀ ਟੈਰੀਟਰੀ ਵਧਾਉਣੀ ਚਾਹੁੰਦਾ ਵਾ, ਰਾਈਟ। ਸੋ ਇਹਨਾਂ ਨੇ ਅੰਗਰੇਜ਼ਾਂ ਨੇ ਕੀ ਕੀਤਾ, ਠੀਕ ਹੈ, ਇੱਕ ਪਾਸੇ ਕੌਣ ਹੋ ਗਏ? ਮਰਾਠੇ, ਹੈਦਰਾਬਾਦ ਦਾ ਨਿਜ਼ਾਮ ਤੇ ਅੰਗਰੇਜ਼, ਠੀਕ ਹੈ, ਤੇ ਦੂਸਰੇ ਪਾਸੇ ਕੱਲਾ ਹੈਦਰ ਅਲੀ, ਠੀਕ ਹੈ। ਸੋ ਇਹਨਾਂ ਦੀ ਲੜਾਈ ਹੋਈ, ਪਹਿਲਾ ਜਿਹੜਾ ਹੈ ਐਂਗਲੋ ਮੈਸੂਰ ਵਾਰ ਹੋਇਆ, ਪਰ ਫੇਰ ਵੀ ਜਿਹੜਾ ਇਸ ਦੇ ਵਿੱਚ ਹੈਦਰ ਅਲੀ ਦੀ ਜਿੱਤ ਹੋਈ, ਠੀਕ ਹੈ। ਸੋ ਕਿੰਨਾ ਦੇਖੋ ਕਿ ਮਜ਼ਬੂਤ ਜਿਹੜਾ ਹੈਗਾ ਹੈਦਰ ਅਲੀ ਦਾ ਰਾਜ ਹੋਊਗਾ ਕਿ ਤਿੰਨ ਧੜੇ ਇੱਕ ਪਾਸੇ ਤੇ ਦੂਸਰੇ ਪਾਸੇ ਕੱਲਾ ਹੈਦਰ ਅਲੀ, ਠੀਕ ਹੈ, ਕੱਲਾ ਮੈਸੂਰ, ਤਾਂ ਵੀ ਹੈਦਰ ਅਲੀ ਦੀ ਜਿੱਤ ਹੋ ਗਈ, ਠੀਕ ਹੈ। ਸੋ ਇਹ ਪਹਿਲੀ ਲੜਾਈ ਸੀਗੀ, ਠੀਕ ਹੈ। ਉਸ ਤੋਂ ਬਾਅਦ ਜਿਹੜੀ ਹੈਗੀ ਆ ਦੂਸਰੀ ਲੜਾਈ ਜਿਹੜੀ ਹੋਈ ਆ, ਰਾਈਟ, ਓਕੇ, ਮੈਂ ਥੋੜਾ ਜਿਹਾ ਰੇਜ਼ ਕਰਦਾ। ਹੁਣ ਦੂਸਰੀ ਲੜਾਈ ਦੇਖੀ ਹੈ ਤਾਂ ਇਹ ਹੋਈ ਆ 1780 ਤੋਂ ਲੈ ਕੇ 1784 ਈਸਵੀ ਦੇ ਵਿੱਚ, ਠੀਕ ਹੈ। ਦੂਸਰੀ ਲੜਾਈ ਜਿਹੜੀ ਹੈਗੀ ਹੈ ਇਸ ਸਮੇਂ ਹੋਈ, ਇਹਦੇ ਵਿੱਚ ਕੀ ਆ ਕਿ ਹੈਦਰ ਅਲੀ ਦੀ ਮੌਤ ਹੋ ਗਈ, ਠੀਕ ਹੈ। ਔਰ ਹੈਦਰ ਅਲੀ ਦੀ ਮੌਤ ਤੋਂ ਬਾਅਦ ਕੌਣ? ਉਹਦਾ ਪੁੱਤਰ ਟੀਪੂ ਸੁਲਤਾਨ, ਠੀਕ ਹੈ। ਟੀਪੂ ਸੁਲਤਾਨ ਜਿਹੜਾ ਹੈਗਾ ਵਾ ਉਹ ਸੁਲਤਾਨ ਬਣਿਆ, ਨਵਾਂ ਸੁਲਤਾਨ ਬਣਿਆ, ਠੀਕ ਹੈ। ਸੋ ਇਹਦੇ ਵਿੱਚ ਅਗੇਨ ਜਿਹੜਾ ਹੈਗਾ ਵਾ ਕਿ ਟੀਪੂ ਸੁਲਤਾਨ ਜਿਹੜਾ ਹੈਗਾ ਵਾ ਉਹਦੀ ਹਾਰ ਨਹੀਂ ਹੋਈ ਤੇ ਅਲਟੀਮੇਟਲੀ ਅੰਗਰੇਜ਼ ਜਿਹੜੇ ਹੈਗੇ ਉਹਨਾਂ ਨੂੰ ਮਜਬੂਰ ਹੋ ਕੇ ਕਿਹੜੀ ਸੰਧੀ ਕਰਨੀ ਪਈ, ਠੀਕ ਹੈ, ਕਿਉਂਕਿ ਬਹੁਤ ਹੀ ਜਿਹੜੀ ਦੋਨਾਂ ਪਾਸੇ ਕਹਿ ਲਓ ਕਿ ਬਰਾਬਰ ਹੀ ਸੀਗੇ, ਕਿਸੇ ਦੀ ਜਿੱਤ ਨਹੀਂ ਹੋ ਰਹੀ ਸੀ, ਕਿਸੇ ਦੀ ਹਾਰ ਨਹੀਂ ਹੋ ਰਹੀ ਸੀ, ਲੜਾਈ ਬਹੁਤ ਲੰਬੀ ਲਮਕ ਗਈ ਸੀ। ਤਾਂ ਅਲਟੀਮੇਟਲੀ ਫਿਰ ਕੀ ਹੋਇਆ ਕਿ ਚਲੋ ਬਸ ਕਰਦੇ ਆ, ਸੋ ਬੰਗਲੌਰ ਦੀ ਸੰਧੀ ਹੋਈ ਉਸ ਦੇ ਵਿੱਚ, ਠੀਕ ਹੈ। ਸੋ ਤੀਸਰਾ ਯੁੱਧ ਫਿਰ ਹੋਇਆ 1791-92 ਦੇ ਵਿੱਚ, ਠੀਕ ਹੈ। ਸੋ ਇਸ ਯੁੱਧ ਦੇ ਵਿੱਚ ਤੁਸੀਂ ਦੇਖੋ ਕਿ ਇਸ ਯੁੱਧ ਦੇ ਵਿੱਚ ਟੀਪੂ ਸੁਲਤਾਨ ਦੀ ਹਾਰ ਹੋ ਗਈ ਸੀਗੀ ਔਰ ਮੈਸੂਰ ਦਾ ਅੱਧਾ ਏਰੀਆ ਜਿਹੜਾ ਸੀਗਾ ਉਹ ਅੰਗਰੇਜ਼ ਲੈ ਗਏ ਸੀਗੇ, ਠੀਕ ਹੈ। ਇਹਦੇ ਵਿੱਚ ਟੀਪੂ ਸੁਲਤਾਨ ਦੀ ਹਾਰ ਹੋ ਗਈ ਸੀ, ਠੀਕ ਹੈ। ਔਰ ਉਸ ਤੋਂ ਬਾਅਦ ਜਿਹੜਾ ਹੈਗਾ ਫਾਈਨਲੀ ਚੌਥੀ ਜੰਗ ਹੋਈ ਹੈ 1799 ਈਸਵੀ ਦੇ ਵਿੱਚ, ਠੀਕ ਹੈ। 1799 ਦੇ ਵਿੱਚ ਜਿਹੜੀ ਹੈਗੀ ਫਿਰ ਫਾਈਨਲ ਜੰਗ ਹੋਈ ਔਰ ਇਹਦੇ ਵਿੱਚ ਜਿਹੜਾ ਹੈਗਾ ਟੀਪੂ ਸੁਲਤਾਨ, ਓਕੇ, ਉਹ ਆਪਣੀ ਕੈਪੀਟਲ ਜਾਂ ਰਾਜਧਾਨੀ ਸ੍ਰੀਰੰਗਾਪਟਮ ਨੂੰ ਜਿਹੜਾ ਪ੍ਰੋਟੈਕਟ ਕਰਦਾ ਉੱਥੇ ਲੜਾਈ ਕਰਦਾ ਉਹ ਮਰ ਗਿਆ, ਰਾਈਟ। ਸੋ ਇਹਦੇ ਨਾਲ ਕੀ ਆ ਫਿਰ ਅਲਟੀਮੇਟਲੀ ਅੰਗਰੇਜ਼ਾਂ ਨੇ ਜਿਹੜਾ ਹੈਗਾ ਮੈਸੂਰ ਦਾ ਬਹੁਤ ਸਾਰਾ ਇਲਾਕਾ ਜਿਹੜਾ ਉਹਦੇ ਉੱਤੇ ਕਬਜ਼ਾ ਕਰ ਲਿਆ। ਦੇਖੋ 1799 ਦੇ ਵਿੱਚ ਜਿਹੜਾ ਹੈਗਾ ਵਾ ਉਹ ਟੀਪੂ ਸੁਲਤਾਨ ਮਰ ਗਿਆ, ਰਾਈਟ, ਓਕੇ। ਸੋ ਮੈਸੂਰ ਦਾ ਰਾਜਾ, ਮੈਸੂਰ ਦਾ ਸੁਲਤਾਨ ਟੀਪੂ ਸੁਲਤਾਨ ਜਿਹੜਾ ਹੈਗਾ ਉਹ ਮਰ ਗਿਆ, ਠੀਕ ਹੈ। ਔਰ ਇੰਨਾ ਟੀਪੂ ਸੁਲਤਾਨ ਬਾਰੇ ਕਿਹਾ ਜਾਂਦਾ ਸੀਗਾ ਕਿ ਇੰਨਾ ਮਤਲਬ ਪਾਵਰਫੁਲ ਇਹ ਰਾਜਾ ਸੀਗਾ, ਠੀਕ ਹੈ। ਔਰ ਇਹਦੇ ਜਿਹੜੇ ਵਿਚਾਰ ਸੀਗੇ ਉਹ ਵੀ ਕਾਫੀ ਜਿਹੜੇ ਲਿਬਰਲ ਸੀਗੇ। ਇਹਦੇ ਮਹਿਲ ਦੇ ਅੰਦਰ ਇੱਕ ਮੰਦਿਰ ਸੀਗਾ, ਠੀਕ ਹੈ, ਜਿਹੜਾ ਕਿ ਮੁਸਲਮਾਨ ਸੁਲਤਾਨਾਂ ਦੇ ਹੋਣਾ ਇੱਕ ਬਹੁਤ ਹੀ ਜ਼ਿਆਦਾ ਉਸ ਟਾਈਮ ਦੀ ਕਹਿ ਲਓ ਕਿ ਲਿਬਰਲ ਥਾਟਸ ਵਾਲੀ ਇਹਦੀ ਜਿਹੜੀ ਸੀਗੀ ਉਹ ਨੇਚਰ ਸੀਗੀ, ਠੀਕ ਹੈ। ਸੋ ਇਹ ਟੀਪੂ ਸੁਲਤਾਨ
ਔਰ ਇਹਨੇ ਆਪਣੀ ਮਿਲਟਰੀ ਨੂੰ ਬਹੁਤ ਜ਼ਿਆਦਾ ਕਹਿ ਲਓ ਕਿ ਮਾਡਰਨਾਈਜ਼ ਕੀਤਾ ਸੀਗਾ, ਠੀਕ ਹੈ। ਇਹਨੇ ਨਵੀਂ ਇੱਕ ਮਾਡਰਨ ਜਿਹੜੀ ਹੈਗੀ ਆ ਨੇਵੀ ਡਿਵੈਲਪ ਕੀਤੀ ਸੀਗੀ। ਇਹਦੀਆਂ ਜਿਹੜੀਆਂ ਮਤਲਬ ਇਵਨ ਇਹਨੇ ਕਿ ਆਪਣੇ ਜੋ ਅੰਗਰੇਜ਼ਾਂ ਦੇ ਨਾਲ ਲੜਾਈਆਂ ਹੋਈਆਂ ਉਹਦੇ ਵਿੱਚ ਰਾਕਟ ਸਿਸਟਮ ਤੱਕ ਇਹਨੇ ਯੂਜ਼ ਕੀਤੇ ਹੋਏ ਸੀਗੇ, ਠੀਕ ਹੈ। ਰਾਕਟ ਵੀ ਇਹਨੇ ਆਪਣੇ ਉਸ ਟਾਈਮ ਦੇ ਵਿੱਚ ਯੂਜ਼ ਕੀਤੇ ਹੋਏ ਸੀਗੇ, ਠੀਕ ਹੈ। ਸੋ ਮਿਲਟਰੀ ਦੇ ਉੱਤੇ ਇਹਨੇ ਕਾਫੀ ਕੰਮ ਕੀਤਾ ਇਹ। ਔਰ ਮੇਨ ਚੀਜ਼ ਇਹਦੀ ਅੰਗਰੇਜ਼ਾਂ ਨੂੰ ਕਾਹਤੇ ਮੈਸੂਰ ਤੋਂ ਇੰਨਾ ਖਤਰਾ ਸੀਗਾ, ਠੀਕ ਹੈ, ਕਿਉਂਕਿ ਇਹ ਸਮਝਦੇ ਸੀਗੇ, ਠੀਕ ਹੈ, ਟੀਪੂ ਸੁਲਤਾਨ ਸਮਝਦਾ ਸੀਗਾ ਕਿ ਅੰਗਰੇਜ਼ ਜਿਹੜੇ ਆ ਉਹ ਇਕੱਲੇ ਵਪਾਰੀ ਨਹੀਂ ਆ, ਠੀਕ ਹੈ। ਹਲੇ ਤੱਕ ਬਾਕੀ ਸਾਰਿਆਂ ਨੂੰ ਲੱਗ ਰਿਹਾ ਇਹ ਵਪਾਰੀ ਆ, ਠੀਕ ਹੈ, ਵੀ ਇਹ ਕੀ ਕਰ ਲੈਣਗੇ, ਠੀਕ ਹੈ। ਬਟ ਜਿਹੜਾ ਹੈਗਾ ਵਾ ਇਹ ਹੈਦਰ ਅਲੀ ਔਰ ਜਿਹੜਾ ਟੀਪੂ ਸੁਲਤਾਨ ਸਮਝ ਚੁੱਕੇ ਸੀਗੇ ਕਿ ਅੰਗਰੇਜ਼ ਜਿਹੜਾ ਹੈਗੇ ਆ ਇਹ ਪੂਰੇ ਹਿੰਦੁਸਤਾਨ ਦੇ ਉੱਤੇ ਅੱਖ ਰੱਖਦੇ ਆ, ਔਰ ਇਹਨਾਂ ਨੂੰ ਜਿਹੜਾ ਹੈਗਾ ਵਾ ਉਹ ਇਕੱਠੇ ਮਿਲ ਕੇ ਇਹਨਾਂ ਨੂੰ ਜਿਹੜਾ ਹੈਗਾ ਵਾ ਜਵਾਬ ਦੇਣਾ ਚਾਹੀਦਾ ਵਾ, ਇਹਨਾਂ ਨੂੰ ਹਰਾਉਣਾ ਚਾਹੀਦਾ ਵਾ। ਪਰ ਉਹਨਾਂ ਦਾ ਕਿਸੇ ਨੇ ਸਾਥ ਨਹੀਂ ਦਿੱਤਾ ਟੀਪੂ ਸੁਲਤਾਨ ਦਾ, ਠੀਕ ਹੈ, ਨਾ ਮਰਾਠਿਆਂ ਨੇ ਦਿੱਤਾ ਨਾ ਨਿਜ਼ਾਮ ਨੇ ਦਿੱਤਾ, ਬਲਕਿ ਉਹ ਦੋਨੋਂ ਇਹਦੇ ਅਗੇਂਸਟ ਹੀ ਲੜਦੇ ਰਹੇ, ਠੀਕ ਹੈ। ਸੋ 1799 ਦੇ ਵਿੱਚ ਔਰ ਇਹਦਾ ਜੋ ਹੈ ਟੀਪੂ ਸੁਲਤਾਨ ਦਾ ਕੰਪੈਰੀਜ਼ਨ ਕੀਤਾ ਜਾਂਦਾ ਵਾ ਇੱਧਰ ਮਹਾਰਾਜਾ ਰਣਜੀਤ ਸਿੰਘ ਦੇ ਨਾਲ, ਠੀਕ ਹੈ, ਕਿ ਜੇ ਮਹਾਰਾਜਾ ਰਣਜੀਤ ਸਿੰਘ ਤੇ ਟੀਪੂ ਸੁਲਤਾਨ ਕਿਤੇ ਇਕੱਠੇ ਹੁੰਦੇ, ਦੇਖੋ 1799 ਦੇ ਵਿੱਚ ਟੀਪੂ ਸੁਲਤਾਨ ਦੀ ਮੌਤ ਹੋ ਗਈ, ਪਰ ਤੁਸੀਂ ਦੇਖੋਗੇ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਉਦੈ ਹੋ ਰਿਹਾ ਵਾ, ਠੀਕ ਹੈ। ਮਹਾਰਾਜਾ ਰਣਜੀਤ ਸਿੰਘ ਜਿਹੜਾ ਹੈਗਾ 1799 ਦੇ ਵਿੱਚ ਉਹਦਾ ਰਾਜ ਹਲੇ ਸ਼ੁਰੂ ਹੀ ਹੋ ਰਿਹਾ ਵਾ ਰਾਜ ਬਣਨਾ, ਠੀਕ ਹੈ। ਸੋ ਮਹਾਰਾਜਾ ਰਣਜੀਤ ਸਿੰਘ ਦੀ ਆਰਮੀ ਬਹੁਤ ਹੀ ਜ਼ਿਆਦਾ ਮਾਡਰਨਾਈਜ਼ ਸੀਗੀ, ਠੀਕ ਹੈ, ਬਹੁਤ ਹੀ ਤਗੜੀ ਆਰਮੀ ਸੀਗੀ ਉਸ ਟਾਈਮ ਦੀ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਜਿਹੜਾ ਹੈਗਾ ਵਾ ਬਹੁਤ ਹੀ ਸਿਆਣੇ ਸਟੇਟਸਮੈਨ ਤੇ ਬਹੁਤ ਹੀ ਇੱਕ ਤਗੜੇ ਜਰਨੈਲਾਂ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ ਕਿ ਜਿਹੜੇ ਅੰਗਰੇਜ਼ਾਂ ਨੂੰ ਬਹੁਤ ਚਨੇ ਚਵਾ ਸਕਦੇ ਸੀਗੇ, ਲੋਹੇ ਦੇ ਚਨੇ, ਓਕੇ। ਸੋ ਇੱਥੇ ਜਿਹੜੀ ਹੈਗੀ ਆ ਟੀਪੂ ਸੁਲਤਾਨ ਦੀ ਮੌਤ ਹੋ ਗਈ, ਰਾਈਟ। ਸੋ ਅਗਲਾ ਜਿਹੜਾ ਹੈਗਾ ਵਾ ਅੰਗਰੇਜ਼ ਮਰਾਠਾ ਯੁੱਧ, ਉਹ ਦੇਖਦੇ ਹਾਂ ਹੁਣ ਆਪਾਂ, ਠੀਕ ਹੈ। ਦੂਸਰੀ ਗੱਲ ਕੀ ਹੈ ਕਿ ਹੁਣ ਮਰਾਠਿਆਂ ਦੇ ਨਾਲ ਵੀ ਅੰਗਰੇਜ਼ਾਂ ਦਾ ਜਿਹੜਾ ਸੀਗਾ ਯੁੱਧ ਮਰਾਠਿਆਂ ਨਾਲ ਵੀ ਚੱਲ ਰਿਹਾ ਸੀਗਾ। ਸੋ ਤੁਸੀਂ ਦੇਖ ਸਕਦੇ ਆ 1775 ਇਹਨਾਂ ਦੇ ਨਾਲ ਤਿੰਨ ਯੁੱਧ ਹੋਏ ਆ ਮਰਾਠਿਆਂ ਦੇ ਨਾਲ, ਠੀਕ ਹੈ। ਪਹਿਲਾ ਯੁੱਧ ਜਿਹੜਾ ਹੋਇਆ ਵਾ ਉਹ 1775 ਤੋਂ ਲੈ ਕੇ ਹੋਇਆ ਵਾ 1782 ਦੇ ਵਿੱਚ, ਠੀਕ ਹੈ। ਦੂਸਰਾ ਯੁੱਧ ਜਿਹੜਾ ਹੋਇਆ ਵਾ ਉਹ 1802 ਤੋਂ ਲੈ ਕੇ 1805 ਤੱਕ ਚੱਲਿਆ ਵਾ, ਠੀਕ ਹੈ। ਔਰ ਤੀਸਰਾ ਜਿਹੜਾ ਹੈਗਾ ਵਾ ਉਹ 1817 ਤੇ 1818, ਓਕੇ, ਰਾਈਟ, 1818 ਇਸ ਟਾਈਮ ਤੱਕ ਚੱਲਿਆ। ਇਹ ਤਿੰਨ ਜਿਹੜੀਆਂ ਸੀਗੀਆਂ ਵਾਰਸ ਹੋਈਆਂ, ਇਹਨਾਂ ਨੂੰ ਐਂਗਲੋ ਮਰਾਠਾ ਵਾਰ ਕਿਹਾ ਜਾਂਦਾ ਵਾ ਇੰਗਲਿਸ਼ ਦੇ ਵਿੱਚ, ਠੀਕ ਹੈ। ਸੋ ਇੱਥੇ ਤੁਸੀਂ ਦੇਖ ਸਕਦੇ ਆ ਕਿ 1775 ਤੋਂ ਲੈ ਕੇ 1782 ਤੱਕ ਪਹਿਲਾ ਯੁੱਧ ਹੋਇਆ, ਠੀਕ ਹੈ। ਔਰ ਤੁਸੀਂ ਦੇਖੋ ਤੁਹਾਨੂੰ ਇਹ ਵੀ ਸ਼ਾਇਦ ਯਾਦ ਹੋਵੇ ਪਿੱਛੇ ਆਪਾਂ ਗੱਲ ਕੀਤੀ ਸੀ 1780 ਤੋਂ ਲੈ ਕੇ 1784 ਦੇ ਵਿੱਚ ਜਿਹੜਾ ਸੀਗਾ ਉਹ ਦੂਸਰੀ ਲੜਾਈ ਚੱਲ ਰਹੀ ਸੀ ਐਂਗਲੋ ਮਾਈਸੂਰ, ਠੀਕ ਹੈ। ਅੰਗਰੇਜ਼ ਮਾਈਸੂਰਾਂ ਦਾ ਯੁੱਧ ਚੱਲ ਰਿਹਾ ਸੀਗਾ, ਠੀਕ ਹੈ। ਸੋ ਤੁਸੀਂ ਦੇਖੋਗੇ ਇੱਥੇ ਕੀ ਕੀਤਾ ਅੰਗਰੇਜ਼ਾਂ ਨੇ, ਜਦੋਂ ਉਹਨਾਂ ਦਾ ਮਰਾਠਿਆਂ ਨਾਲ ਵੀ ਲੜਾਈ ਚੱਲ ਰਹੀ ਸੀ 1782 ਦੇ ਵਿੱਚ, ਉਹਨਾਂ ਨੇ 1782 ਦੇ ਵਿੱਚ ਸੰਧੀ ਕਰ ਲਈ ਮਰਾਠਿਆਂ ਦੇ ਨਾਲ, ਠੀਕ ਹੈ, ਕਿ ਯੁੱਧ ਆਪਾਂ ਖਤਮ ਕਰਦੇ ਹਾਂ, ਅਸੀਂ ਤੁਹਾਨੂੰ ਅਗਲੇ 20 ਸਾਲ ਤੱਕ ਅਸੀਂ ਤੁਹਾਡੇ ਤੇ ਕੋਈ ਅਟੈਕ ਨਹੀਂ ਕਰਦੇ। ਔਰ ਮਰਾਠੇ ਮੰਨ ਗਏ, ਮਰਾਠਿਆਂ ਨੇ ਵੀ ਸੰਧੀ ਕਰ ਲਈ, ਠੀਕ ਹੈ, ਓਕੇ। ਕਿਉਂਕਿ ਅੰਗਰੇਜ਼ਾਂ ਦਾ ਦੋਨਾਂ ਪਾਸੇ ਜ਼ੋਰ ਲੱਗਿਆ ਪਿਆ ਸੀਗਾ, ਇੱਧਰ ਮਾਈਸੂਰ ਨਾਲ ਯੁੱਧ ਚੱਲਦਾ ਪਿਆ ਸੀ ਔਰ ਇੱਧਰ ਮਰਾਠਿਆਂ ਨਾਲ ਯੁੱਧ ਚੱਲਦਾ ਸੀ, ਔਰ ਦੋਨੋਂ ਤਗੜੀਆਂ ਪਾਵਰਾਂ ਸੀਗੀਆਂ, ਓਕੇ। ਸੋ ਇੱਥੇ ਇੱਕ ਮਰਾਠਿਆਂ ਨੇ ਬਹੁਤ ਵੱਡੀ ਗਲਤੀ ਕਰ ਦਿੱਤੀ ਕਿ ਅੰਗਰੇਜ਼ਾਂ ਨਾਲ ਸੰਧੀ ਕਰ ਲਈ, ਰਾਈਟ। ਔਰ ਅੰਗਰੇਜ਼ਾਂ ਨੂੰ ਜਿਹੜਾ ਹੈਗਾ ਪੂਰਾ ਜ਼ੋਰ ਲਾਉਣ ਦਾ ਮੌਕਾ ਮਿਲ ਗਿਆ ਮਾਈਸੂਰ ਦੇ ਉੱਤੇ, ਠੀਕ ਹੈ। ਸੋ ਇੱਥੇ ਇੱਕ ਬਹੁਤ ਵਧੀਆ ਓਪਰਚੁਨਿਟੀ ਸੀਗੀ ਮਰਾਠਿਆਂ ਕੋਲ ਕਿ ਉਹ ਅੰਗਰੇਜ਼ਾਂ ਨੂੰ ਜਿਹੜਾ ਹੈਗਾ ਵਾ ਬੁਰੀ ਤਰ੍ਹਾਂ ਦੇ ਨਾਲ ਹਰਾ ਸਕਦੇ ਸੀਗੇ, ਕਿਉਂਕਿ ਉਹ ਦੋਨਾਂ ਪਾਸਿਓਂ ਫਸੇ ਹੋਏ ਸੀਗੇ, ਰਾਈਟ। ਸੋ ਇਹ ਜਿਹੜੀ ਹੈਗੀ ਆ ਗੱਲ ਕਾਫੀ ਇੰਟਰਸਟਿੰਗ ਆ। ਸੋ ਇਹੋ ਜਿਹੀਆਂ ਚੀਜ਼ਾਂ ਯਾਦ ਰਹਿ ਜਾਂਦੀਆਂ ਹੁੰਦੀਆਂ ਵਾ, ਸੋ ਇਸ ਤਰ੍ਹਾਂ ਕਰਕੇ ਮੈਂ ਤੁਹਾਨੂੰ ਦੱਸਿਆ। ਬਾਕੀ ਤੁਸੀਂ ਇਹ ਈਅਰ ਜਿਹੜੇ ਹੈਗੇ ਆ ਨੋਟ ਕਰ ਸਕਦੇ ਆ। ਔਰ ਉਸ ਤੋਂ ਅੱਗੇ ਜੋ ਖਾਸ ਗੱਲ ਆ ਜਾਂਦੀ ਆ, ਠੀਕ ਹੈ, ਕਿ ਇੱਥੇ ਸਿੱਧੀ ਜਿਹੜੀ ਹੈਗੀ ਗੱਲ ਦੇਖੋ ਕਿ 1802 ਈਸਵੀ ਤੋਂ ਸ਼ੁਰੂ ਹੁੰਦੀ ਹੈ ਕਿ ਲਾਰਡ ਵੈਲਜ਼ਲੀ ਨੇ ਪੇਸ਼ਵਾ ਬਾਜੀਰਾਓ ਨਾਲ ਸਹਾਇਕ ਸੰਧੀ ਕਰ ਲਈ, ਠੀਕ ਹੈ। ਪੇਸ਼ਵਾ ਬਾਜੀਰਾਓ 2, ਠੀਕ ਹੈ, ਜਾਂ ਪੇਸ਼ਵਾ ਬਾਜੀਰਾਓ ਦੂਜਾ, ਉਹਦੇ ਨਾਲ ਸਬਸਾਈਡਰੀ ਅਲਾਈਅੰਸ ਕਰ ਲਿਆ, ਠੀਕ ਹੈ। ਸੋ ਇਹਦੇ ਨਾਲ ਮਰਾਠਾ ਸ਼ਕਤੀ ਦਾ ਪਤਨ ਹੋ ਗਿਆ, ਠੀਕ ਹੈ। ਸੋ ਇਸ ਤੋਂ ਬਾਅਦ ਹੌਲੀ ਜਿਹੜਾ ਹੈਗਾ ਵਾ ਕਿ ਉਸਨੇ ਜੋ ਤੁਸੀਂ ਦੇਖ ਸਕਦੇ ਆ ਕਿ ਦੇਵਗਾਉਂ ਦੀ ਸੰਧੀ ਕੀਤੀ ਭੋਂਸਲੇ ਦੇ ਨਾਲ, ਠੀਕ ਹੈ। ਜਿਹੜੇ ਭੋਂਸਲੇ ਸਰਦਾਰ ਸੀਗੇ ਮਰਾਠਾ ਦੇ ਨਾਲ, ਉਹਨਾਂ ਨੂੰ ਹਰਾ ਦਿੱਤਾ ਤੇ ਉਸ ਤੋਂ ਬਾਅਦ ਭੋਂਸਲਿਆਂ ਨਾਲ ਕਿਹੜੀ ਸੰਧੀ ਕੀਤੀ? ਦੇਵਗਾਉਂ ਦੀ ਸੰਧੀ, ਠੀਕ ਹੈ। ਇਦਾਂ ਹੀ ਉਹਨਾਂ ਨੇ ਸਿੰਧੀਆਂ ਸਰਦਾਰਾਂ ਨੂੰ ਵੀ ਹਰਾ ਦਿੱਤਾ, ਠੀਕ ਹੈ। ਮਰਾਠਾ ਸਰਦਾਰ ਸਿੰਧੀਆਂ ਨੂੰ ਉਹਨਾਂ ਨੂੰ ਵੀ ਹਰਾ ਦਿੱਤਾ ਤੇ ਉਹਨਾਂ ਨਾਲ ਕਿਹੜੀ ਟ੍ਰੀਟੀ ਕੀਤੀ? ਸੂਰੀ ਅਰਜਨ ਗਾਉਂ ਦੀ ਸੰਧੀ,
ठीक है, सूरी अर्जन सस्से तो सिंधिया ते सस्से तो सूरी अर्जन गांव। ठीक है, इस तरीके नाल तुसीं याद रख सकते हैं। ये कुछ इंपॉर्टेंट चीज़ां होंदियां, इन्हां नूं तुसीं देख लो कि क्वेश्चन किद्दां बन सकदा इहदे विचों। जे मैं गल करां कि इदां मैच दा कॉलम करके भी आ सकदा वा। ठीक है, कि इधर तुसीं देख लो कि सूरी अर्जन गांव दी संधि, देवगांव दी संधि, बसीन दी संधि। ठीक है, और इधर दस दिता कि भी किहड़ी मराठा वॉर, मराठा वॉर 1, मराठा वॉर 2। ठीक है, राइट, या इधर सरदारां दे नाम लिख दिते इस केस दे विच खास करके कि भोंसले। ठीक है, सिंधिया, ओके, एंड पेशवा बाजीराव। ठीक है, सो इस तरीके दे नाल तुहानूं आ सकदा कि मैच दा कॉलम करो। राइट, सो ਇਹ ਜਿਹੜੀਆਂ ਤੁਸੀਂ ਟ੍ਰੀਟੀ याद रख ਲੈਣੀਆਂ। उस तो बाद ਜਿਹੜਾ ਹੈਗਾ ਵਾ ਅੰਗਰੇਜ਼ਾਂ ਦਾ ਗੋਰਖਿਆਂ ਨਾਲ ਵੀ ਯੁੱਧ ਹੋਇਆ। ठीक है, ਜਾਂ ਇਹਨੂੰ ਐਂਗਲੋ ਨੇਪਾਲ ਵਾਰ ਵੀ ਬੋਲ ਦਿੰਦੇ ਆ। ठीक है, ਗੋਰਖੇ ਨੇਪਾਲ ਦੇ। ठीक है, ਐਂਗਲੋ ਨੇਪਾਲ ਵਾਰ। ठीक है, ਇਹ ਕਦੋਂ ਹੋਇਆ? 1814 ਤੋਂ ਲੈ ਕੇ 1816 ਈਸਵੀ ਦੇ ਵਿੱਚ। ठीक है, सो ਇਹਦੇ ਵਿੱਚ ਕੀ ਆ ਕਿ ਅਲਟੀਮੇਟਲੀ ਜਿਹੜੇ ਹੈਗੇ ਆ ਅੰਗਰੇਜ਼ ਇਹਦੇ ਵਿੱਚ ਵੀ ਜਿੱਤ ਗਏ, ਪਰ ਗੋਰਖਿਆਂ ਨੂੰ ਬਹੁਤ ਸਾਰੀ ਜਿਹੜੀ ਹੈਗੀ ਆ ਉਹ ਆਪਣਾ ਏਰੀਆ ਛੱਡਣਾ ਪਿਆ। ਓਕੇ, ਜਿਹਦੇ ਵਿੱਚ ਤੁਸੀਂ ਦੇਖੋ ਕਿ ਅੱਜ ਜੋ ਟੀਰੀ ਗੜਵਾਲ ਦਾ ਰੀਜਨ ਹੈ, ਜਿਹੜਾ ਅੱਜ ਉੱਤਰਾਖੰਡ ਦਾ ਰੀਜਨ ਹੈਗਾ ਵਾ। ਠੀਕ ਆ, ਕੁਛ ਹਿਮਾਚਲ ਦੇ ਵੀ ਜਿਹੜੇ ਰੀਜਨ ਹੈਗੇ ਆ, ਇਹ ਕਿੱਥੋਂ ਆ? ਇਹ ਪਹਿਲਾਂ ਗੋਰਖਿਆਂ ਦੇ ਰਾਜ ਦਾ ਪਾਰਟ ਹੁੰਦੇ ਸੀ, ਨੇਪਾਲ ਦਾ ਪਾਰਟ ਹੁੰਦੇ ਸੀਗੇ, ਪਰ ਇਹ ਅੰਗਰੇਜ਼ੀ ਰਾਜ ਦੇ ਵਿੱਚ ਆ ਗਏ ਜਦੋਂ ਗੋਰਖੇ ਇਹ ਯੁੱਧ ਹਾਰ ਗਏ। ਠੀਕ ਹੈ, ਓਕੇ, और फिर अल्टीमेटली ਜਿਹੜਾ ਤੁਸੀਂ ਦੇਖੋਗੇ ਉਹਨਾਂ ਨੇ ਬ੍ਰਿਟਿਸ਼ ਰੈਜ਼ੀਡੈਂਟ ਵੀ ਆਪਣਾ ਰੱਖਿਆ ਕਾਠਮੰਡੂ ਦੇ ਵਿੱਚ। ਠੀਕ ਹੈ, ਔਰ ਇਹ ਟ੍ਰੀਟ ਜਿਹੜੀ ਹੈਗੀ ਹੈ ਯੁੱਧ, ਇਹਦਾ ਅੰਤ ਕਿਹਦੇ ਨਾਲ ਹੋਇਆ? ਇਹਨੂੰ ਕਿਹਾ ਜਾਂਦਾ ਵਾ ਸਗੌਲੀ ਦੀ ਸੰਧੀ। ਸਗੌਲੀ। ਠੀਕ ਹੈ, ਸੋ ਸਗੌਲੀ ਦੀ ਸੰਧੀ ਦੇ ਨਾਲ ਜਿਹੜਾ ਹੈਗਾ ਵਾ ਉਹ ਅੰਗਰੇਜ਼ ਗੋਰਖਾ ਯੁੱਧ ਜਿਹੜਾ ਹੈਗਾ ਸਮਾਪਤ ਹੋਇਆ। ਟ੍ਰੀਟੀ ਆਫ सगौली। ठीक है, सो ये इंपॉर्टेंट फैक्ट है जो तुसीं अपनी कापी दे विच नोट करने आ। ओके, सो हाँ जी, सो अगे देखते हैं 1823 तो 1848 ईस्वी दे विच अंग्रेजी साम्राज का किद्दां विस्तार होया। ठीक है, सो 1823 तो लैके 1828 ईस्वी दे विच जिहड़ा सीगा जो गवर्नर जनरल सीगा वो सीगा लॉर्ड एमहर्स्ट। ठीक है, और उन्हें जिहड़ा हैगा पहला अंग्रेज बर्मा युद्ध कीता। ठीक है, ओके, सो एक बार मैं तुहानूं इस तो पहला जिहड़ा हैगा हुण तक दे गवर्नर जनरल जिहड़े हैगे आ पंजाब दे उन्हां दा भी थोड़ा दस दिना वा। ठीक है, गवर्नर जनरल किहड़े किहड़े आ? पहला हैगा वारन हेस्टिंग। वारन हेस्टिंग दे बारे तुसीं सुनी चुके हैं। ठीक है, दूसरा है कॉर्नवालिस, पहला, दूजा, तीजा। तीजा है जॉन शोर, चौथा सी वेल्जिले। ओके, पंजवां तुसीं देखोगे पंजवां जॉर्ज बर्लो। छेवां है मिंटो वन। सतवां है हेस्टिंग और अठवां है एमहर्स्ट। ठीक है, सो एमहर्स्ट तक आप पहुंच ही गए हैं। सो एमहर्स्ट ने जिहड़ा हैगा वो कीता वा एंग्लो बर्मीज वॉर। ठीक है, अंग्रेज बर्मा युद्ध एमहर्स्ट ने लड़िया। उस तो बाद लॉर्ड विलियम बेनेडिक्ट आ, ओके, इन्हें सिंध के अमीरां नाल संधि कीती आ। जिहड़ा लॉर्ड ऑकलैंड आ, इसने फिर सिंध दे नाल सहायक संधि कर लई। ठीक है, सबसाइडरी अलायंस। ठीक है, और फाइनली जिहड़ा हैगा वा लॉर्ड एलनबोर, इन्हें सिंध के उपर कब्जा ही कर लिया। ठीक है, सिंध नूं पूरे नूं एनैक्स कर लिया। ठीक है, और उस तो बाद लॉर्ड हार्डिंग, सो जो पंजाब दे विच फर्स्ट जिहड़ा हैगा वा ओह पहला अंग्रेज सुख युद्ध। ठीक है, जो 1845 तो 1846 साल दे विच लड़िया गया, वो लॉर्ड हार्डिंग ने जिहड़ा सीगा ओहदी अगवाई कीती सी। गवर्नर जनरल वो सीगा जिहदे विच सिखां दी हार होई। ठीक है, इहदे विच आपां पूरी डिटेल दे विच जाके आपां अगे उदों पंजाब हिस्टरी बारे पढ़ांगे, उदों देखांगे। ठीक है, ओके, एंड जो उस तो बाद की होया कि पहले युद्ध तो बाद किहड़ी ट्रीटी हुई सीगी? लाहौर दी संधि। ठीक है,
लाहौर दी संधि या ट्रीटी ऑफ लाहौर, ठीक है। तो लाहौर दी संधि हुई सीगी, ओके। और उस तो बाद फिर की होया कि जिहड़ा नवा गवर्नर जनरल आया लॉर्ड डलहौजी, ठीक है, उन्हें 1748 ईस्वी विच, ठीक है, सो मुल्तान दे विच की आ कि मूल राज ते चतर सिंह ने विद्रोह कर दिता सीगा, ठीक है। सो उतों ही जिहड़ा हैगा वा कि ਇਹ ਕਾਰਨ ਇਹੀ ਉਹਨਾਂ ਨੇ ਬਹਾਨਾ ਬਣਾਇਆ ਅੰਗਰੇਜ਼ਾਂ ਨੇ, ठीक है, कि ਅਸੀਂ ਜਿਹੜਾ ਹੈਗਾ ਵਾ ਉਹ ਪੰਜਾਬ ਨੂੰ ਪੂਰੇ ਦੇ ਪੂਰੇ ਪੰਜਾਬ ਨੂੰ ਅੰਗਰੇਜ਼ੀ ਸਮਰਾਜ 'ਚ ਸ਼ਾਮਲ ਕਰਨ ਦਾ ਉਹਨਾਂ ਨੇ ਇਹੀ ਬਹਾਨਾ ਬਣਾਇਆ, ਠੀਕ ਹੈ। ਸੋ ਜਿਹੜੇ ਮੁਲਤਾਨ ਦੇ ਵਿੱਚ ਮੂਲ ਰਾਜ ਤੇ ਚਤਰ ਸਿੰਘ ਸੀਗੇ, ਠੀਕ ਹੈ, ਉਹਨੇ ਕੀ ਹੈ ਕਿ ਲਾਹੌਰ ਦਰਬਾਰ ਦੇ ਅਗੇਂਸਟ ਜਿਹੜਾ ਹੈਗਾ ਉਹ ਯੁੱਧ ਦਾ ਐਲਾਨ ਕਰ ਦਿੱਤਾ, ਠੀਕ ਹੈ, ਓਕੇ। ਔਰ ਇਸ ਯੁੱਧ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ। ਇਸ ਤਰ੍ਹਾਂ ਲॉर्ड डलहौजी ने 23 ਮਾਰਚ 1849 ਈਸਵੀ ਨੂੰ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰ ਲਿਆ। ਸੋ ਆਪਾਂ ਹਿਮਾਚਲ ਦੇ ਵਿੱਚ ਜਾਂਦੇ ਆ ਨਾ ਜਦੋਂ ਘੁੰਮਣ, ਡਲਹੌਜੀ, ਠੀਕ ਹੈ, ਸੋ ਉਹ ਲॉर्ड डलहौजी ਦੇ ਨਾਮ ਦੇ ਉੱਤੇ ਹੀ ਉਸ ਜਗ੍ਹਾ ਦਾ ਨਾਮ ਪਿਆ ਹੋਇਆ ਹੈ डलहौजी, ठीक है। ਔਰ ਉਸੇ ਹੀ डलहौजी ਨੇ ਕੀ ਕੀਤਾ ਸੀਗਾ, ਪੰਜਾਬ ਨੂੰ ਅਨੈਕਸ ਕੀਤਾ ਸੀਗਾ ਬ੍ਰਿਟਿਸ਼ ਸਾਮਰਾਜ ਦੇ ਅੰਦਰ, ਠੀਕ ਹੈ, ਪੰਜਾਬ ਦਾ ਵਿਲय ਕੀਤਾ ਸੀਗਾ ਬ੍ਰਿਟਿਸ਼ ਸਾਮਰਾਜ ਦੇ ਅੰਦਰ, ਠੀਕ ਹੈ। अगले अगे गल आती है लैप्स की नीति की, ठीक है। सो ये भी एक बहुत इंपॉर्टेंट टॉपिक है लैप्स, ठीक है। सो पॉलिसी ऑफ लैप्स, सो ये की किया जाता वा, ये देखो डलहौजी आ, ठीक है, हुण कह लो कि सारा समराज जिहड़ा हैगा अंग्रेजी समराज सारे जिहड़ा हैगा वा वो भारत दे विच फैलिया होया वा, ठीक है। पर कई रियासतां इहो जिहियां ने, ठीक है, कि जिन्हां दी जिहड़े अंग्रेजी सरपरस्ती दे हिस्स हैगे आ, ठीक है। सो ਉਹਦੇ ਵਿੱਚ ਫਰਦਰ ਉਹਨਾਂ ਨੂੰ ਵੀ ਆਪਣੇ ਅੰਦਰ ਮਿਲਾਉਣ ਦੇ ਲਈ ਕੀ ਨੀਤੀ ਜਿਹੜੀ ਸ਼ੁਰੂ ਕੀਤੀ ਲॉर्ड डलहौजी ਨੇ। ਸੋ लॉर्ड डलहौजी ਨੇ ਇਹ ਕਹਿ ਦਿੱਤਾ ਵੀ ਭਾਈ ਜਿਹੜਾ ਵੀ ਰਾਜਾ ਹੈਗਾ ਵਾ, ਓਕੇ, ਔਰ ਉਹਦੀ ਅਗਰ ਕੋਈ ਆਪਣੀ ਸੰਤਾਨ ਨਹੀਂ ਹੈਗੀ, ਠੀਕ ਹੈ, ਤਾਂ ਉਹ ਕਿਸੇ ਨੂੰ ਗੋਦ ਨਹੀਂ ਲੈ ਸਕਦਾ ਬੱਚਾ, ਠੀਕ ਹੈ। ਗੋਦ ਲੈ ਕੇ ਉਹਨੂੰ ਅੱਗੇ ਰਾਜਾ ਨਹੀਂ ਬਣਾ ਸਕਦਾ। ਉਹ ਜਿਹੜਾ ਹੈਗਾ ਵਾ ਰਾਜ ਅੰਗਰੇਜ਼ੀ ਰਾਜ ਦੇ ਵਿੱਚ ਸ਼ਾਮਲ ਕਰ ਲਿਆ ਜਾਏਗਾ ਜਿਹਦੀ ਵੀ ਰਾਜੇ ਦੀ ਸੰਤਾਨ ਨਹੀਂ ਹੈਗੀ, ਠੀਕ ਹੈ। सो इस नीति के तहत फिर किहड़े जिहड़े राज जिहड़े हैगे आ वो ब्रिटिश राज विच मिला दिते गए। वो है 17 संबलपुर, बघाट, उदयपुर ते झांसी, ठीक है। इस तो इलावा कुछ होर भी, ठीक है, बट तुसीं ये नोट कर लो, ये मेन चीज़ हैगी आ, ओके। सो किहड़े राज जिहड़े हैगे आ वो मिलाए गए लैप्स की नीति के थ्रू। 17 संबलपुर, बघाट, उदयपुर, झांसी। तो दूसरी गल यह है कि लैप्स की नीति शुरू किहने कीती सीगी, वो कीती सी लॉर्ड डलहौजी ने, ठीक है। दो मेन चीज़ां वा, बाकी गल तुसीं समझ गए होने आ कि जिहदी संतान नहीं हैगी उहनूं पुत्र गोद लैण दी कोई आग्या नहीं है, ठीक है। अंग्रेज जिहड़ा भी उहदा उत्तराधिकारी उहनूं जे स्थापित भी करूगा उहनूं ओह मन्नूगे नहीं, ठीक है। राइट, सो ये जिहड़े हैगे इत्थे ही साडा पहला जिहड़ा अज दा लैक्चर समाप्त हुंदा वा, ओके। और ये क्वेश्चन ने, ठीक है, क्वेश्चन देख लो, ठीक है। और इन्हां ही क्वेश्चन का जिहड़ा हैगा वा आपां कल दी जदों क्लास करनी है शुरू, तो इन्हां नूं एक वारी आपां क्वेश्चनां नूं करना वा, ठीक है, ताकि पता लग जूगा भी तुसीं रिवीजन कीती है, किन्ना क तुसीं इस लैक्चर दे विचों समझे आ, ठीक है। सो दोस्तों उम्मीद करते हैं कि तुहानूं साडा उपराला जिहड़ा है चंगा लग्या होवेगा। जे चंगा लग्या होया, खास करके जिहड़े पंजाबी दे विच जिहड़ा हैगा वा ओह पढ़ना चाहुंदे आ, राइट, सब तुसीं ये जिहड़ी वीडियो लाइक जरूर कर दिओ, शेयर कर दिओ और कमेंट भी कर दिओ ताकि साडा इहदे नाल उत्साह वधे। सो मिलदे आ फिर हर हाल अगली वीडियो दे विच। जद तक वाहिगुरू जी का खालसा, वाहिगुरू जी की फतेह।